ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਦੋਹਰਾ। ਸ਼੍ਰੀ ਸਤਿਗੁਰ ਬਿਰਧ ਅਮਰ ਜੀ ਆਏ ਤਿਨੋਂ ਕੇ ਪਾਸ। ਗ੍ਰਾਮ ਕਤਕ ਅਰਪਨ ਕਰੇ ਅਕਬਰ ਬਿਨੈ ਪ੍ਰਕਾਸ਼। ਫਿਰ ਪੜੋ ਸ਼੍ਰੀ ਸਤਿਗੁਰ। ਸ਼੍ਰੀ ਸਤਿਗੁਰ ਬਿਰਧ ਅਮਰ ਜੀ ਆਏ ਤਿਨੋਂ ਕੇ ਪਾਸ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਿੱਖ ਸੰਗਤਾਂ ਸਾਰੀਆਂ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੋਰ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਗੁਰੂ ਜੀ ਦੇ ਮਹਾਨ ਪਵਿੱਤਰ ਚਰਨਾਂ ਵਿੱਚ ਸੁਭਾਏਮਾਨ ਹੋਏ ਹੋ। ਸਾਰੀਆਂ ਸੰਗਤਾਂ ਆਪੋ ਆਪਣੀ ਹਾਜ਼ਰੀ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਲਵਾਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸੋਢੀ ਸੁਲਤਾਨ ਇਸ ਸ਼ਹਿਰ ਦੇ ਬਾਨੀ ਸੱਚੇ ਪਾਤਸ਼ਾਹ ਮਾਲਕ ਸਤਿਗੁਰੂ ਚੌਥੇ ਪਾਤਸ਼ਾਹ ਸਤਿਗੁਰੂ ਗੁਰੂਆਂ ਦੇ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਸਰਵਣ ਕਰ ਰਹੇ ਹਾਂ। ਬੜੇ ਹੀ ਪਿਆਰ ਨਾਲ ਸਖ ਸੰਗਤਾਂ ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਿੱਖ ਸੰਗਤਾਂ ਦਾ ਭਲਾ ਕਰ ਰਹੇ ਹਨ। ਮਹਾਰਾਜ ਜੀ ਸਿੱਖ ਸੰਗਤਾਂ ਦੇ ਵਿੱਚ ਸੁਭਾਏਮਾਨ ਨੇ। ਕੁਝ ਬੜੇ ਪਿਆਰ ਵਾਲੇ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ। ਮਹਾਰਾਜ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਐਸੇ ਬਚਨ ਸੁਣਾਵੋ ਜਿਨ੍ਹਾਂ ਨੂੰ ਸੁਣ ਕੇ ਸਾਡਾ ਭਲਾ ਹੋਵੇ ਜੀ। ਸੰਗਤ ਜੀ, ਜਿਨ੍ਹਾਂ ਦੇ ਮਨ ਵਿੱਚ ਚੰਗੀ ਸੋਚ ਹੁੰਦੀ ਹੈ ਨਾ, ਉਹ ਇਹੋ ਜਿਹੀਆਂ ਗੱਲਾਂ ਕਰਦੇ ਆ। ਗੁਰਸਿੱਖਾਂ ਦੀ ਬੇਨਤੀ ਨੂੰ ਸੁਣ ਕੇ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ। ਮਹਾਰਾਜ ਕਹਿੰਦੇ ਭਾਈ ਜੇ ਆਪਣੀ ਕਲਿਆਣ ਚਾਹੁੰਦੇ ਹੋ ਤੇ ਗੁਰੂ ਘਰ ਦੀ ਸੇਵਾ ਕਰਿਆ ਕਰੋ, ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਗੁਰਸਿੱਖਾਂ ਕੀ ਟਹਿਲ ਕਮਾ ਬਣੀ। ਗੁਰਸਿੱਖਾਂ ਦੀ ਕਿਹੜੀ ਕਿਹੜੀ ਸੇਵਾ ਹੈ ਉਹ ਸਾਰਾ ਪ੍ਰਸੰਗ ਤੁਸੀਂ ਸੁਣਿਆ। ਮਹਾਰਾਜ ਜੀ ਨੇ ਕਿਹੜੀ ਕਿਹੜੀ ਸੇਵਾ ਦਾ ਹੁਕਮ ਕੀਤਾ ਜੀ। ਬੜੇ ਤਰੀਕਿਆਂ ਦੀ ਸੇਵਾ ਹੈਗੀ ਜੀ। ਬੰਦਾ ਸੁਣੇ ਇਹ ਸੋਚੇ ਵੀ ਮੈਂ ਕਿਸੇ ਤਰ੍ਹਾਂ ਦੀ ਵੀ ਸੇਵਾ ਕਰ ਲਵਾਂ ਮੇਰਾ ਭਲਾ ਹੋ ਜਾਏਗਾ ਜੀ। ਤੁਸੀਂ ਸੁਣਿਆ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਪਿਆਰਿਓ ਸੇਵਾ ਕਰਦਿਆਂ ਕਰਦਿਆਂ ਬੰਦੇ ਦਾ ਅੰਤਸ਼ਕਰਨ ਨਿਰਮਲ ਹੁੰਦਾ ਹੈ ਜੀ। ਮਨ ਨਿਰਮਲ ਹੁੰਦਾ ਹੈ। ਸੇਵਾ ਦਾ ਫਲ ਬੜਾ ਵੱਡਾ ਹੈ। ਕਈ ਸਾਲ ਬੰਦਾ ਤਪ ਕਰੇ, ਉਸ ਤਪ ਦਾ ਜਿਹੜਾ ਫਲ ਮਿਲਣਾ ਨਾ ਉਹ ਗੁਰੂ ਘਰ ਵਿੱਚ ਕੁਝ ਘੰਟੇ ਸੇਵਾ ਕਰਨ ਨਾਲ ਮਿਲ ਜਾਂਦਾ ਜੀ। ਹਾਂਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ, ਬਚਨ ਕੀਤੇ। ਅਵਤਾਰ ਸਿੰਘ ਨੂੰ ਸੱਦੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਗੁਰਸਿੱਖਾਂ ਦੀ ਮੁੱਠੀ ਚਾਪੀ ਕਰਨੀ, ਗੁਰਸਿੱਖਾਂ ਨੂੰ ਜਲ ਛਕਾਉਣਾ, ਚਰਨ ਧਵਾਉਣੇ, ਹੱਥ ਸੁੱਚੇ ਕਰਾਉਣੇ, ਲੰਗਰ ਛਕਾਉਣਾ, ਹੋਰ ਇਤਿਆਦਿਕ ਕਈ ਤਰ੍ਹਾਂ ਦੀ ਸੇਵਾ ਦਾ ਮਹਾਰਾਜ ਨੇ ਹੁਕਮ ਕੀਤਾ ਜੀ। ਇੱਧਰ ਵਾਲੇ ਪਾਸੇ
ਜਿੰਨੇ ਨਿਆਣੇ ਆਉਂਦੇ ਨੇ ਇਹਨਾਂ ਨੂੰ ਸਮਝਾ ਦਿਓ, ਬਾਹਰ ਹੀ ਰੱਖੋ, ਉਹਨੂੰ ਸੇਵਾਦਾਰ ਨੂੰ ਸਮਝਾ ਦਿਓ, ਇਹਨਾਂ ਨੂੰ ਬਾਹਰੋਂ ਹੀ ਕਰੋ। ਫਿਰ ਮਹਾਰਾਜ ਨੇ ਇੱਕ ਸਾਖੀ ਸੁਣਾਈ ਪੰਛੀਆਂ ਦੀ ਸੇਵਾ ਦੀ। ਕਿਵੇਂ ਇੱਕ ਗਰੀਬ ਬੰਦਾ ਪੰਛੀਆਂ ਦੀ ਸੇਵਾ ਕਰਦਾ, ਹੰਸ ਉਹਨਾਂ ਤੇ ਖੁਸ਼ ਹੋ ਜਾਂਦੇ ਆ, ਹੰਸ ਉਸ ਗਰੀਬ ਬੰਦੇ ਤੇ ਖੁਸ਼ ਹੁੰਦੇ ਆ, ਉਹਨੂੰ ਅਮੀਰ ਬਣਾ ਦਿੰਦੇ ਆ। ਤੇ ਜੇ ਹੰਸਾਂ ਦੀ ਸੇਵਾ ਕੀਤਿਆਂ ਇੰਨਾ ਫਲ ਮਿਲਦਾ, ਮਹਾਰਾਜ ਕਹਿੰਦੇ ਗੁਰਸਿੱਖਾਂ ਦੀ ਸੇਵਾ ਦਾ ਤੇ ਬੜਾ ਵੱਡਾ ਫਲ ਹੈ ਜੀ। ਪੰਛੀਆਂ ਦੀ ਸੇਵਾ ਦਾ ਜੇ ਫਲ ਮਿਲਦਾ, ਗੁਰਸਿੱਖ ਤੇ ਗੁਰੂ ਦਾ ਰੂਪ ਹੈਗੇ ਆ ਜੀ। ਜਿਹੜੇ ਗੁਰਸਿੱਖ ਸੰਗਤਾਂ ਦੀ ਸੇਵਾ ਕਰਨਗੇ, ਇਹਨਾਂ ਨੂੰ ਕਿਉਂ ਨਹੀਂ ਫਲ ਮਿਲੇਗਾ? ਗੱਜ ਕੇ ਆਖੋ ਬੰਦਾ ਉਦਮ ਕਰੇ ਜੀ। ਇਹੋ ਹੀ ਤੇ ਸਾਡੀ ਢਿੱਲ ਹੈਗੀ ਹੈ ਜੀ। ਕਿਸੇ ਸਿੱਖ ਦੇ ਹੱਥ ਧਵਾ ਕੇ ਨਹੀਂ ਅਸੀਂ ਰਾਜੀ ਹੈਗੇ ਜੀ। ਹਾਂਜੀ, ਕਿਸੇ ਨੂੰ ਪ੍ਰਸ਼ਾਦਾ ਛਕਾ ਕੇ ਅਸੀਂ ਰਾਜੀ ਨਹੀਂ ਹੈਗੇ ਜੀ। ਇਸ ਸੇਵਾ ਦਾ ਬੜਾ ਵੱਡਾ ਫਲ ਹੈਗਾ ਜੀ। ਹਾਂਜੀ, ਕਿਤੇ ਅਸੀਂ ਪ੍ਰਸ਼ਾਦਾ ਛਕਣੇ ਤੇ ਬੜਾ ਪੜ੍ਹਿਆ ਲਿਖਿਆ ਬੰਦਾ ਬੈਠਾ ਜੀ ਨਾਲ ਜੀ, ਸਾਡੇ ਬੜਾ ਹਉਮੈ ਵਾਲਾ ਜੀ। ਉਹ ਜੀ ਸਿੰਘ ਨੇ ਆ ਕੇ ਜਦੋਂ ਸਾਰੀ ਸੰਗਤ ਦੇ ਪ੍ਰੇਮੀਆਂ ਸਿੰਘਾਂ ਦੇ ਹੱਥ ਧਵਾਉਣ ਲੱਗਾ, ਉਹ ਪੜ੍ਹਿਆ ਲਿਖਿਆ ਬੰਦਾ ਪਤਾ ਕੀ ਕਹਿਣ ਲੱਗਾ ਜੀ? ਕਹਿੰਦਾ ਅਸੀਂ ਨਹੀਂ ਧੋਂਦੇ ਹੱਥ, ਕਹਿਣ ਲੱਗਾ ਹੈਂ ਇਹ ਤੇ ਨਵਾਂ ਹੀ ਕੰਮ ਬਣਾਇਆ। ਹਾਂਜੀ, ਮੈਂ ਕਿਹਾ ਜੀ ਬੜੀ ਵਧੀਆ ਗੱਲ ਹੈਗੀ ਹੈ। ਬਾਜ਼ਾਰੋਂ ਗੰਦੇ ਹੱਥ ਆਏ ਆ ਤੁਹਾਡੇ, ਮੈਲ ਨਾਲ ਭਰੇ ਪਏ ਆ, ਉਹਨਾਂ ਹੱਥਾਂ ਨਾਲ ਪ੍ਰਸ਼ਾਦਾ ਛਕਿਓ। ਤੁਸੀਂ ਪੜ੍ਹੇ ਲਿਖੇ 'ਚ ਤੁਹਾਨੂੰ ਹੱਥ ਧੋਣ ਦੀ ਲੋੜ ਨਹੀਂ ਹੈਗੀ। ਹਾਂਜੀ, ਮਤਲਬ ਖੁਸ਼ਕੀ ਇੰਨੀ ਵੜ ਚੁੱਕੀ ਹੈ ਅੰਦਰ, ਨਾ ਬੰਦਾ ਸੇਵਾ ਕਰਕੇ ਰਾਜੀ ਹੈ ਤੇ ਨਾ ਕਿਸੇ ਨੂੰ ਕਰਦਾ ਵੇਖ ਕੇ ਹੀ ਰਾਜੀ ਹੈਗਾ ਵੀ ਇਹ ਵੀ ਕਿਉਂ ਕਰਨ ਦਿਆ ਜੀ। ਅੱਜ ਬਹੁਤਿਆਂ ਦਾ ਇਹੋ ਹਾਲ ਹੈਗਾ ਜੀ। ਸਿੱਧੇ ਸਾਧੇ ਬੰਦੇ ਕਾਰ ਸੇਵਾ ਵਾਲੇ ਜੀ, ਉਹਨਾਂ ਦੇ ਨਾਲ ਹਜ਼ਾਰਾਂ ਸਿੱਖ ਸੰਗਤਾਂ ਸੇਵਾ ਕਰਨ ਦੀਆਂ ਗੁਰੂ ਘਰ ਦੀਆਂ, ਉਹਨਾਂ ਦਾ ਭਲਾ ਹੋ ਰਿਹਾ ਜੀ। ਭਲਾ ਹੋ ਰਿਹਾ, ਦਿਨ ਰਾਤ ਲੱਗੇ ਪਏ ਜੀ, ਦਿਨ ਰਾਤ। ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦਾ ਬਚਨ ਮੈਨੂੰ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਸੁਣਾਇਆ। ਉਹ ਕਹਿੰਦੇ 40 ਦਿਨ ਬੰਦਾ ਸਾਡੇ ਨਾਲ ਰਹਿ ਕੇ ਸੇਵਾ ਕਰ ਲੇ, ਜੰਮ ਨਹੀਂ ਨੇੜੇ ਆ ਸਕਦਾ ਉਹਦੇ ਜੀ। ਮੈਂ ਕਿਹਾ ਜੀ ਬਾਬਾ ਜੀ ਕਿਉਂ? ਕਹਿਣ ਲੱਗੇ ਸੇਵਾ ਹੀ ਇੰਨੀ ਜ਼ਿਆਦਾ ਹੋ ਜਾਣੀ ਹੈ, ਸੇਵਾ ਤੇ ਸਿਮਰਨ, ਉਹਦੇ ਪ੍ਰਤਾਪ ਨਾਲ ਜੰਮ ਨੇੜੇ ਨਹੀਂ ਆਉਣਾ ਜੀ। ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲਿਆਂ ਨੂੰ ਬੜਾ ਵੱਡਾ ਮਾਣ ਪ੍ਰਾਪਤ ਹੋਇਆ, ਹੁਣ ਵੀ ਹੋਣਾ, ਆਉਣ ਵਾਲੇ ਸਮੇਂ ਵਿੱਚ ਵੀ ਸੇਵਾ ਵਾਲਿਆਂ ਨੂੰ ਮਾਣ ਪ੍ਰਾਪਤ ਹੁੰਦਾ ਹੀ ਰਹਿਣਾ ਹੈ ਜੀ। ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਜੇ ਕੋਈ ਪੰਛੀਆਂ ਦੀ ਸੇਵਾ ਕਰੇ ਉਹਦੀ ਗਰੀਬੀ ਦੂਰ ਹੋ ਜਾਂਦੀ ਹੈ, ਜੇ ਕੋਈ ਸਿੱਖਾਂ ਦੀ ਸੇਵਾ ਕਰੇ ਤੇ ਉਹਦਾ ਕਿਉਂ ਨਹੀਂ ਭਲਾ ਹੋਏਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਸੰਗਤ ਜੀ, ਸੇਵਾ ਦਾ ਬੜਾ ਹੀ ਵੱਡਾ ਮਹਾਤਮ ਹੈ, ਬੜਾ ਹੀ ਵੱਡਾ ਮਹਾਤਮ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਸਾਨੂੰ ਸੇਵਾ ਕਰਨ ਦਾ ਹੁਕਮ ਕੀਤਾ ਹੈ, ਜ਼ਰੂਰ ਸੇਵਾ ਕਰਿਆ ਕਰੋ। ਚੇਤਾ ਰੱਖਿਓ, ਪੈਸੇ ਦੇ ਕੇ ਕੀਤੀ ਸੇਵਾ ਵੀ ਬੜੀ ਮਹਾਨ ਹੈਗੀ ਹੈ। ਕੋਈ ਸ਼ੱਕ ਨਹੀਂ ਹੈ, ਜਿਹਦੇ ਕੋਲ ਜ਼ਿਆਦਾ ਮਾਇਆ ਉਹ ਮਾਇਆ ਦਵੇ, ਗੁਰੂ ਘਰ ਦੀ ਸੇਵਾ ਹੋਵੇ। ਪਰ ਜਿਹੜਾ ਚਿੱਤ ਹੈ ਨਾ ਜੀ, ਹੱਥੀਂ ਸੇਵਾ ਨਾਲ ਨਿਰਮਲ ਹੋਣਾ ਜੀ। ਹੱਥੀਂ ਸੇਵਾ ਨਾਲ ਨਾਲ ਗੁਰਮੰਤਰ ਦੀ ਕਮਾਈ ਹੋਵੇ ਜੀ। ਬੜੇ ਢਾਬੇ ਨੇ, ਬੜੇ ਹੋਟਲ ਨੇ ਜਿਨ੍ਹਾਂ 'ਚ ਬੰਦੇ ਪੈਸੇ ਲੈ ਕੇ ਭਾਂਡੇ ਮਾਂਜਦੇ ਆ ਜੀ। ਉਹ ਸੇਵਾ ਨਹੀਂ ਹੈਗੀ ਜੀ। ਸੇਵਾ ਕਿਹੜੀ ਹੈ? ਜਦੋਂ ਗੁਰੂ ਘਰ ਦੇ ਵਿੱਚ ਕੋਈ ਅੱਧਾ ਘੰਟਾ ਵੀ ਨਿਸ਼ਕਾਮ ਰੂਪ 'ਚ ਨਾਲੇ ਮਾਂਜੇ ਭਾਂਡੇ, ਨਾਲੇ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਹਰ ਦੇ ਭਾਂਡੇ ਮਾਂਜਦੇ ਆ ਵੀ ਭਾਂਡਾ ਸਾਫ਼ ਹੋਏਗਾ ਜੀ, ਮਨ ਦਾ ਭਾਂਡਾ ਵੀ ਸਾਫ਼ ਹੋਏਗਾ। ਹੁਣ ਅੱਗੋਂ ਕਥਾ ਸਰਵਣ ਕਰੋ, ਆਖੋ ਸਾਰੇ ਸਤਿਨਾਮ ਗੱਜ ਕੇ ਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। श्री सतगुर बिरद अमर जी आए तिनों के पास। कवि संतोख सिंह जी कथा आरंभ करते हैं। धन गुरु अमरदास साहब जी दे कोल जद अकबर बादशाह आया सीगा, ग्राम कतक अर्पण करे अकबर बिनय प्रकाश। अकबर ने बेनती करके ते कुछ पिंड महाराज नूं भेटा कीते सन जी। हाँ जी, बादशाह सीगा, पिंडां दे पिंड उन्हें महाराज जी दे चरनां च रखे सन, भेटा कीते सन। हाँ जी, सो सगरे ही ग्राम गन गुरता गादी साथ। वो जिन्ने पिंड सन ना जी, ਜਿਹੜੇ ਅਕਬਰ ਬਾਦਸ਼ਾਹ ਨੇ ਭੇਟਾ ਕੀਤੇ, ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਦੇ ਨਾਮ ਨਹੀਂ ਕੀਤੇ ਜੀ।
ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਜੀ। ਹਾਂਜੀ, ਰਾਮਦਾਸ ਗੁਰ ਕੋ ਦਏ ਕੁਲ ਭਲੇ ਅਨਕੇ ਨਾਥ। ਗੱਜ ਕੇ ਆਖੋ ਵਾਹਿਗੁਰੂ। ਭੱਲਿਆਂ ਦੀ ਕੁੱਲ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਨੂੰ ਨਾਲ ਹੀ ਦੇ ਦਿੱਤੇ ਜੀ। ਜਿੱਥੇ ਗੁਰਤਾ ਗੱਦੀ ਦਿੱਤੀ ਨਾ ਜੀ, ਉੱਥੇ ਉਹਨਾਂ ਪਿੰਡਾਂ ਦੀ ਮਾਲਕੀ ਵੀ ਦਿੱਤੀ ਜੀ। ਮਹਾਰਾਜ ਤੇ ਇੱਕ ਜ਼ਮੀਨ ਦਾ ਖਿੱਤਾ ਵੀ ਨਾਲ ਨਹੀਂ ਰੱਖਣਾ ਚਾਹੁੰਦੇ ਜੀ। ਇਹ ਗੱਲ ਵੱਖਰੀ ਹੈ। ਕੁੱਲ ਦੁਨੀਆ 'ਚ ਗੁਰੂ ਅਮਰਦਾਸ ਜੀ ਦੀ ਜੈ ਜੈਕਾਰ ਹੈ ਜੀ। ਹਾਂਜੀ, ਚੌਪਈ ਆਪ ਅਸ਼ਤ ਹੀ ਪ੍ਰਥਮ ਪਠਾਏ। ਆਪਣੇ ਹੁੰਦਿਆਂ ਸੁੰਦਿਆਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੱਦੀ ਤੇ ਬਿਠਾਇਆ। ਕੱਲ ਨੂੰ ਕੋਈ ਤਰਕ ਨਾ ਕਰੇ। ਹਾਂਜੀ, ਤਾਲ ਖਨਾਵਨ ਕੋ ਫੁਰਮਾਏ। ਇੱਕ ਹੋਰ ਬਚਨ ਮਹਾਰਾਜ ਨੇ ਕੀਤਾ ਸੀਗਾ ਜੀ। ਕਿਹੜਾ ਜੀ? ਸਰੋਵਰ ਦੀ ਪੁਟਾਈ ਦਾ ਜੀ। ਹਾਂਜੀ, ਕੁਸ਼ਕ ਖੰਨਿਓ ਅਰ ਗ੍ਰਾਮ ਬਸਾਵਾ। ਤੇ ਕੁਝ ਸਰੋਵਰ ਤੇ ਮਹਾਰਾਜ ਦੇ ਹੁੰਦਿਆਂ ਪੁੱਟਿਆ ਗਿਆ ਸੀ ਤੇ ਨਗਰ ਵੀ ਵਸਾਇਆ ਗਿਆ ਸੀਗਾ ਜੀ। ਹਾਂਜੀ, ਨਾਮ ਗੁਰੂ ਕੋ ਚੱਕ ਧਰਾਵਾ। ਤੇ ਉਹਦਾ ਨਾਮ ਗੁਰੂ ਦਾ ਚੱਕ ਰੱਖਿਆ ਗਿਆ ਸੀਗਾ ਜੀ। ਇਹ ਕਿਸੇ ਹੋਰ ਨਗਰ ਦੀ ਗੱਲ ਨਹੀਂ ਹੋ ਰਹੀ। ਜਿਸ ਨਗਰ 'ਚ ਗੁਰੂ ਕੀ ਸੰਗਤ ਤੁਸੀਂ ਬੈਠੇ ਹੋ, ਉਸ ਨਗਰ ਦੀ ਗੱਲ ਹੋ ਰਹੀ ਹੈ। ਹਾਂਜੀ, ਅਸ ਇਤਿਹਾਸ ਸੁਨਤ ਸਭ ਸਿੰਘ। ਭਾਈ ਰਾਮ ਕੋਇਰ ਜੀ ਇਹ ਕਥਾ ਕਰ ਰਹੇ ਆ। ਜਦੋਂ ਭਾਈ ਰਾਮ ਕੋਇਰ ਜੀ ਨੇ ਇਹ ਗੱਲ ਕਹੀ ਨਾ ਵੀ ਗੁਰੂ ਰਾਮਦਾਸ ਜੀ ਕੋਲੋਂ ਗੁਰੂ ਅਮਰਦਾਸ ਜੀ ਨੇ ਸਰੋਵਰ ਪੁੱਟਵਾਇਆ। ਹਾਂਜੀ, ਕਰੀ ਬਿਕਾਰਨ ਕੋ ਬੜ ਸਿੰਘ। ਇਹ ਇਤਿਹਾਸ ਜਦੋਂ ਗੁਰੂ ਕੇ ਸਿੰਘਾਂ ਨੇ ਸੁਣਿਆ, ਹਾਥ ਜੋਰ ਬੋਲੇ ਤਰਬ ਸਰੋਤਾ। ਤੇ ਸੁਣਨ ਵਾਲੇ ਕਥਾ, ਕਿਉਂਕਿ ਜਿਵੇਂ ਤੁਸੀਂ ਕਥਾ ਸੁਣ ਰਹੇ ਹੋ ਨਾ, ਉਵੇਂ ਭਾਈ ਰਾਮ ਕੋਇਰ ਜੀ ਸਿੰਘਾਂ ਨੂੰ ਕਥਾ ਸੁਣਾਉਂਦੇ ਸਨ ਤੇ ਸਿੰਘ ਕਥਾ ਸੁਣਦੇ ਸਨ ਜੀ। ਸਿੰਘ ਹੱਥ ਜੋੜ ਕੇ ਭਾਈ ਰਾਮ ਕੋਇਰ ਜੀ ਨੂੰ ਕਹਿਣ ਲੱਗੇ। ਹਾਂਜੀ, ਰਾਮ ਕੋਇਰ ਤੁਬ ਅਨੰਤ ਅਦੋਤਾ। ਹੇ ਭਾਈ ਰਾਮ ਕੋਇਰ ਜੀ, ਤੁਸੀਂ ਤੇ ਆਨੰਦ ਦੇ ਪ੍ਰਕਾਸ਼ ਹੋ, ਪ੍ਰਕਾਸ਼। ਹਾਂਜੀ, ਕਥਾ ਸੁਣਾਏ ਸਰਬ ਸੁਖ ਦੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣਾਈ ਤੁਸੀਂ ਸਾਨੂੰ, ਗੁਰੂ ਅਮਰਦਾਸ ਜੀ ਦੀ, ਗੁਰੂ ਅੰਗਦ ਦੇਵ ਜੀ ਦੀ। ਸਾਨੂੰ ਬੜਾ ਸੁੱਖ ਦਿੱਤਾ ਤੁਸੀਂ ਕਥਾ ਸੁਣਾ ਕੇ। ਜਿਸ ਤੇ ਭਏ ਪ੍ਰਫੁੱਲਤ ਹੀਏ। ਤੁਹਾਡੇ ਮੁਖੋਂ ਕਥਾ ਸੁਣ ਕੇ ਸਾਡੇ ਹਿਰਦੇ ਖਿੜ ਚੁੱਕੇ ਆ। ਕਹਿਣ ਲੱਗੇ ਗੁਰੂ ਦੇ ਪਿਆਰ ਵਿੱਚ ਸਾਧ ਸੰਗਤ ਕੋਈ ਪ੍ਰੇਮ ਨਾਲ ਕਥਾ ਕਰੇ, ਸੁਣਨ ਵਾਲਿਆਂ ਉੱਤੇ ਅਸਰ ਪੈਂਦਾ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੁਹਾਡੇ ਮੁਖੋਂ ਕਥਾ ਸੁਣ ਕੇ ਸਾਡੇ ਮਨ ਆਨੰਦ ਵਿੱਚ ਹੋ ਗਏ ਹੈ। ਹਾਂਜੀ, ਅਬ ਸ਼੍ਰੀ ਅੰਮ੍ਰਿਤਸਰ ਕੀ ਕਥਾ। ਹੁਣ ਕਿਰਪਾ ਕਰੋ ਅੰਮ੍ਰਿਤਸਰ ਦੀ ਕਥਾ ਵੀ ਸਾਨੂੰ ਸੁਣਾਓ। ਹਾਂਜੀ, ਕਰਹੁ ਸੁਨਾਵਨ ਹੋਈ ਜਥਾ। ਜਿਵੇਂ ਅੰਮ੍ਰਿਤਸਰ ਸ਼ਹਿਰ ਵਸਿਆ ਉਹ ਕਥਾ ਸੁਣਾਓ। ਐਸੋ ਤੀਨ ਲੋਕ ਕੇ ਅੰਦਰ ਸੁਨਿਓ ਨ ਥਲ ਤੀਰਥ ਅਤ ਸੁੰਦਰ। ਕਿਉਂ? ਜਦੋਂ ਭਾਈ ਰਾਮ ਕੋਇਰ ਜੀ ਨੇ ਕਥਾ ਸੁਣਾਈ, ਉਹ ਅੰਮ੍ਰਿਤਸਰ ਵੀ ਵਸ ਗਿਆ ਸੀ, ਹਰਮੰਦਰ ਸਾਹਿਬ ਵੀ ਬਣ ਗਿਆ ਸੀਗਾ, ਮਹਾਨ ਤੀਰਥ ਪ੍ਰਗਟ ਹੋਇਆ। ਸਿੰਘ ਭਾਈ ਰਾਮ ਕੋਇਰ ਜੀ ਨੂੰ ਕਹਿਣ ਲੱਗੇ ਭਾਈ ਜੀ, ਤਿੰਨਾਂ ਲੋਕਾਂ ਵਿੱਚ ਅਸੀਂ ਇਹੋ ਜਿਹਾ ਤੀਰਥ ਨਹੀਂ ਸੁਣਿਆ ਕਿਤੇ। ਗੱਜ ਕੇ ਆਖੋ ਵਾਹਿਗੁਰੂ। ਤਿੰਨਾਂ ਲੋਕਾਂ ਵਿੱਚ ਐਸਾ ਸੋਹਣਾ ਤੀਰਥ ਨਹੀਂ ਕਿਤੇ ਸੁਣਿਆ। ਹਾਂਜੀ, ਕਿਮ ਉਤਪਤੀ ਭਈ ਇਸ ਕੇਰੀ। ਇਸ ਮਹਾਨ ਤੀਰਥ ਦੀ ਉਤਪਤੀ ਕਿਵੇਂ ਹੋਈ? ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿਵੇਂ ਬਣਿਆ? ਹੁਣ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਕਿਉਂ? ਨਨਕਾਣਾ ਸਾਹਿਬ ਅਸੀਂ ਸਿਰ ਝੁਕਾਉਂਦੇ ਆ, ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਇਆ ਜੀ। ਮੱਤੇ ਕੀ ਸਰਾਂ ਝੁਕਾਉਂਦੇ ਆ, ਉੱਥੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦਾ ਆਗਮਨ ਹੋਇਆ। ਖਡੂਰ ਸਾਹਿਬ ਮਹਾਰਾਜ ਰਹੇ ਆ, ਅੰਤਮ ਸਮਾਂ ਮਹਾਰਾਜ ਨੇ ਉੱਥੇ ਗੁਜ਼ਾਰਿਆ। ਗੋਇੰਦਵਾਲ ਸਾਹਿਬ ਰਹੇ ਆ ਗੁਰੂ ਅਮਰਦਾਸ ਸਾਹਿਬ, ਉੱਥੇ ਮਹਾਰਾਜ ਨੇ ਅੰਤਮ ਸਮਾਂ ਗੁਜ਼ਾਰਿਆ। ਉਹ ਥਾਵਾਂ ਤੇ ਤਾਂ ਮੱਥਾ ਟੇਕਦੇ। ਤੇ ਅੰਮ੍ਰਿਤਸਰ ਕੀ ਹੋਇਆ? ਕਿਸੇ ਨੂੰ ਪੁੱਛੋ ਵੀ ਹਰਮੰਦਰ ਸਾਹਿਬ ਦਾ ਇਤਿਹਾਸ ਕੀ ਹੈ, ਤੇ ਮੈਨੂੰ ਮਾਫ ਕਰਿਓ, ਬਹੁਤਿਆਂ ਨੂੰ ਪਤਾ ਨਹੀਂ ਹੋਣਾ। ਗੱਜ ਕੇ ਆਖੋ ਵਾਹਿਗੁਰੂ। ਦਰਬਾਰ ਸਾਹਿਬ ਨੂੰ ਕੁੱਲ ਦੁਨੀਆ ਜਾਣਦੀ ਹੈ, ਪਰ ਇਤਿਹਾਸ ਉਹਦਾ ਵਿਰਲੇ ਲੋਕ ਜਾਣਦੇ ਆ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਭਾਈ ਰਾਮ ਕੋਇਰ ਜੀ, ਇਹਦੀ ਉਤਪਤੀ ਕਿਵੇਂ ਹੋਈ ਹੈ, ਬਣਿਆ ਕਿਵੇਂ ਹੈ ਇਹ? ਹਾਂਜੀ,
ਮਹਿਮਾ ਕਹੀ ਨਾ ਜਾਹੇ ਵਡੇਰੀ। ਬੜੀ ਵੱਡੀ ਮਹਿਮਾ ਹੈ ਇਹਦੀ, ਬੜੀ ਵੱਡੀ ਮਹਿਮਾ ਹੈ। ਸਾਰੇ ਲੋਕ ਕਰਦੇ ਸ਼ੁਰੂ ਤੋਂ ਹਰਿਮੰਦਰ ਸਾਹਿਬ ਦੀ ਬੜੀ ਵੱਡੀ ਮਹਿਮਾ ਰਹੀ ਹੈ। ਜਿਸ ਕੋ ਮਹਾ ਮਹਾਤਮ ਆਹੇ। ਜਿਸ ਅਸਥਾਨ ਦਾ ਬੜਾ ਵੱਡਾ ਮਹਾਤਮ ਹੈ, ਬਹੁਤ ਵੱਡਾ ਮਹਾਤਮ ਹੈ। ਕਹਿਓ ਬਹੁਤ ਸ੍ਰੀ ਗ੍ਰੰਥ ਸੋ ਮਾਹੇ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਬਾਰ ਸਾਹਿਬ ਬਾਰੇ ਆਖਿਆ ਜੀ, ਡਿਠੇ ਸਭੇ ਥਾਵ ਨਹੀਂ ਤੁਧ ਜਿਹਾ। ਹਰਿਮੰਦਰ ਸਾਹਿਬ ਜੀ ਦੇ ਬਾਰੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਰਪਾ ਹੋਈ ਹੈ, ਬਚਨ ਆਏ ਹੈ। ਹਾਂਜੀ, ਕਿਸ ਪ੍ਰਕਾਰ ਇਹ ਤਾਲ ਲਗਾਵਾ। ਇਸ ਕਰਕੇ ਸਾਨੂੰ ਦੱਸੋ ਇਹ ਸਰੋਵਰ ਕਿਵੇਂ ਬਣਿਆ। ਹਾਂਜੀ, ਹਮ ਮੰਦਰ ਸੁੰਦਰ ਬਨਵਾਵਾ। ਹਰ ਮੰਦਰ ਸੁੰਦਰ ਬਨਵਾਵਾ, ਕਿਵੇਂ ਇਹ ਸੋਹਣਾ ਮੰਦਰ ਬਣਿਆ, ਹਰੀ ਦਾ ਮੰਦਰ। ਹਾਂਜੀ, ਲక్ష్ਮੀ ਸਥਿਤ ਸੇਵਤੀ ਜਹਾਂ। ਉਦੋਂ ਵੀ ਹਰਿਮੰਦਰ ਸਾਹਿਬ ਬਹੁਤ ਮਾਇਆ ਚੜ੍ਹਦੀ ਸੀਗੀ ਜੀ। ਸਿੰਘ ਭਾਈ ਰਾਮ ਕੋਇਰ ਜੀ ਨੂੰ ਕਹਿਣ ਲੱਗੇ, ਜਿੱਥੇ ਹਰ ਸਮੇਂ ਲక్ష్ਮੀ ਆਉਂਦੀ ਰਹਿੰਦੀ, ਮੱਥਾ ਟੇਕਦੀ ਰਹਿੰਦੀ ਹੈ, ਚੜ੍ਹਦੀ ਰਹਿੰਦੀ ਹੈ, ਭਾਵ ਜਿਸ ਅਸਥਾਨ ਦੀ ਪੂਜਾ ਲక్ష్ਮੀ ਦੇਵੀ ਵੀ ਕਰਦੀ ਹੈ। ਹਾਂਜੀ, ਸੰਤਨ ਕੇ ਚਿਤ ਭਾਵਤ ਮਹਾ। ਔਰ ਉਹ ਅਸਥਾਨ ਸੰਤਾਂ ਨੂੰ ਬੜਾ ਚੰਗਾ ਲੱਗਦਾ। ਕਿਹੜਾ ਅਸਥਾਨ ਭਲਾ? ਹਰਿਮੰਦਰ ਸਾਹਿਬ। ਹਾਂਜੀ, ਮਹਾ ਕਠੋਰ ਜਗਤ ਅਸ ਕੋਏ ਨਾ। ਦਰਸ਼ਨ ਤੇ ਸ਼ਰਧਾ ਜਿਸ ਹੋਏ ਨਾ। ਸਿੰਘ ਭਾਈ ਰਾਮ ਕੋਇਰ ਜੀ ਨੂੰ ਕਹਿਣ ਲੱਗੇ, ਭਾਈ ਰਾਮ ਕੋਇਰ ਜੀ, ਜਗਤ ਵਿੱਚ ਬਹੁਤ ਕਠੋਰ ਬੰਦਾ, ਵਾਹਿਗੁਰੂ, ਜਗਤ ਵਿੱਚ ਐਸਾ ਕੋਈ ਕਠੋਰ ਬੰਦਾ ਨਹੀਂ ਹੈਗਾ ਜਿਹਦੇ ਮਨ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਨਹੀਂ ਹੈਗੀ ਜੀ। ਭਾਵੇਂ ਉਹ ਜਰਮਨ 'ਚ ਰਹਿੰਦਾ ਹੈ, ਭਾਵੇਂ ਅਮਰੀਕਾ 'ਚ ਰਹਿੰਦਾ ਹੈ, ਦਰਬਾਰ ਸਾਹਿਬ ਦਾ ਨਾਮ ਬਦਲ ਦਿੱਤਾ, ਗੋਲਡਨ ਟੈਂਪਲ ਕਹਿੰਦੇ ਆ, ਪਰ ਹਰ ਬੰਦਾ ਚਾਹੁੰਦਾ ਹੈਗਾ ਵੀ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਂ। ਕਹਿੰਦੇ ਇਹੋ ਜਿਹਾ ਕੋਈ ਕਠੋਰ ਬੰਦਾ ਨਹੀਂ ਹੈਗਾ ਜਿਹੜਾ ਹਰਿਮੰਦਰ ਸਾਹਿਬ ਨਹੀਂ ਆਉਣਾ ਚਾਹੁੰਦਾ ਜੀ। ਹਾਂਜੀ, ਅਸ ਦੁਰਭਾਗ ਕਵਨ ਜਗ ਹੋਏ। ਤੇ ਜਗਤ ਵਿੱਚ ਕਿਸੇ ਦੇ ਮਾੜੇ ਹੀ ਭਾਗ ਹੋਣਗੇ। ਹਾਂਜੀ, ਕਰੇ ਤਰਕ ਨਾ ਇਸ ਕੋ ਜੋਏ। ਜਿਹੜਾ ਹਰਿਮੰਦਰ ਸਾਹਿਬ ਤੇ ਤਰਕ ਕਰੇ ਜੀ। ਹਾਂਜੀ, ਸਤਿਗੁਰ ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਆ, ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਤਿਸ ਹੀ ਕੋ ਫਿਰ ਮਾਰ। ਹੈਗੇ ਅੱਜ ਕੱਲ੍ਹ ਦੁਸ਼ਟ ਲੋਕ ਹੈਗੇ ਆ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨਿੰਦਾ ਕਰੀ ਜਾਂਦੇ ਆ, ਕਹਿੰਦੇ ਆ ਬਿਲਡਿੰਗ ਹੀ ਹੈ ਬਸ। ਉਹਨਾਂ ਨੂੰ ਪਤਾ ਨਹੀਂ ਹੈ ਆਮ ਬਿਲਡਿੰਗ ਦੀਆਂ ਇੱਟਾਂ ਮਿਸਤਰੀਆਂ ਨੇ ਲਾਈਆਂ ਨੇ, ਜਿਹਨੂੰ ਤੁਸੀਂ ਬਿਲਡਿੰਗ ਕਹਿ ਰਹੇ ਜੇ, ਇੱਥੋਂ ਦੀਆਂ ਇੱਟਾਂ ਵੀ ਗੁਰੂ ਅਰਜਨ ਸਾਹਿਬ ਨੇ ਆਪ ਲਾਈਆਂ ਹਨ ਜੀ। ਇੱਟਾਂ ਲਾਉਣ ਵਾਲਾ ਆਪ ਰੱਬ ਹੈ, ਗੁਰ ਅਰਜਨ ਪ੍ਰਤੱਖ ਹਰ। ਕਹਿਣ ਲੱਗੇ ਜੀ, ਜਗਤ ਵਿੱਚ ਐਸਾ ਕੋਈ ਦੁਰਭਾਗਾ ਹੋਏਗਾ। ਹਾਂਜੀ, ਦਰਸ਼ਨ ਤੇ ਮਨ ਹਰਿ ਬਿਹਾਰੋ। ਜਿਹੜਾ ਦਰਬਾਰ ਸਾਹਿਬ ਤੇ ਤਰਕ ਕਰੇ, ਨਹੀਂ ਤੇ ਕੋਈ ਨਹੀਂ ਕਰਦਾ ਜੀ। ਇੱਕ ਗੱਲ ਤਾਂ ਹੈ, ਇੱਥੇ ਤਰਕ ਕਰਨ ਵਾਲਾ ਵੀ ਆਵੇ, ਗੁਰੂ ਰਾਮਦਾਸ ਜੀ ਦੀ ਮਿਹਰ ਵਰਤਦੀ, ਉਹਦੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਜੀ। ਹਰ ਦਾ ਮੰਦਰ, ਇਹਦਾ ਨਾਮ ਹਰ ਮੰਦਰ ਨਹੀਂ ਹੈ, ਇਹ ਵਾਕਈ ਰੱਬ ਦਾ ਸਥਾਨ ਹੈ, ਪਰਮੇਸ਼ਰ ਦਾ ਘਰ ਹੈ। ਹਾਂਜੀ, ਮੱਜਨ ਸੇਵਨ ਤੇ ਸੁਖ ਭਾਰੋ। ਤੇ ਇਹਦੇ ਦਰਸ਼ਨ ਕਰਨ ਨਾਲ ਮਨ ਹਰਿਆ ਭਰਿਆ ਹੋ ਜਾਂਦਾ ਜੀ। ਕੁਦਰਤੀ ਹੈ, ਜਦੋਂ ਪੌੜੀਆਂ ਉਤਰੋ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ, ਉਦੋਂ ਹੀ ਬੰਦੇ ਦਾ ਥਕਾਵਟ ਹੀ ਦੂਰ ਹੋ ਜਾਂਦੀ ਜੀ ਸਾਰੀ ਜੀ। ਜਾਵੇ ਦਰਸ਼ਨ ਕਰਨ ਬਸ, ਤੇ ਫਿਰ ਇਸ਼ਨਾਨ ਕਰੇ, ਸੇਵਾ ਕਰੇ, ਬੜਾ ਸੁੱਖ ਮਿਲਦਾ। ਹਾਂਜੀ, ਸਕਲ ਜਨਨ ਕੋ ਸਭ ਫਲਦਾਇਕ। ਸੰਸਾਰ ਵਿੱਚ ਜਿੰਨੇ ਲੋਕ ਨੇ, ਭਾਈ ਰਾਮ ਕੋਇਰ ਜੀ, ਹਰਿਮੰਦਰ ਸਾਹਿਬ ਸਾਰਿਆਂ ਨੂੰ ਸ਼ੁਭ ਫਲ ਦਿੰਦਾ ਹੈ। ਹਾਂਜੀ, ਜਥਾ ਕਿਰਪਾਲ ਤ੍ਰਿਲੋਕੀ ਨਾਇਕ। ਜਿਵੇਂ ਤ੍ਰਿਲੋਕੀ ਭਾਵ ਤਿੰਨਾਂ ਲੋਕਾਂ ਦਾ ਮਾਲਕ ਪਰਮੇਸ਼ਰ ਸਭਨਾਂ ਨੂੰ ਸੁੱਖ ਦਿੰਦਾ ਹੈ ਨਾ, ਉਵੇਂ ਹਰਿਮੰਦਰ ਸਾਹਿਬ ਵੀ ਸਭਨਾਂ ਨੂੰ ਸੁੱਖ ਦਿੰਦਾ ਹੈ। ਹਾਂਜੀ, ਦੇਵਨ ਗਨ ਕੇ ਗਹਿਬੇ ਲਾਇਕ। ਹਾਂ, ਦੇਵਨ ਗਨ ਕੇ ਰਹਿਬੇ ਲਾਇਕ, ਦੇਵਤਿਆਂ ਦੇ ਰਹਿਣ ਦੇ ਯੋਗ ਹੈ ਹਰਿਮੰਦਰ ਸਾਹਿਬ। ਇਹ ਕੌਣ ਕਹਿ ਰਿਹਾ ਜੀ? ਸਿੰਘ ਕਹਿ ਰਹੇ। ਹੁਣ ਦੇਵਤੇ ਸ਼ਬਦ ਸੁਣ ਕੇ ਹੀ ਕਿਸੇ ਨੂੰ ਢਿੱਡ ਪੀੜ ਹੋਣ ਲੱਗ ਪੈਣੀ ਹੈ ਜੀ। ਇਹ ਦੇਵਤੇ ਸ਼ਬਦ ਕਿਉਂ ਕਹਿਤਾ ਜੀ?
ਦੇਵਤਿਆਂ ਦੇ ਰਹਿਣ ਦੇ ਯੋਗ ਹੈ ਹਰਿਮੰਦਰ ਸਾਹਿਬ। ਹਾਂਜੀ, ਪਰੇ ਪੀਰ ਤੇ ਬਨੇ ਸਹਾਇਕ। ਤੇ ਜਦੋਂ ਦੇਵਤਿਆਂ ਤੇ ਵੀ ਮੁਸ਼ਕਲ ਬਣੇ, ਉਹ ਵੀ ਇਸ ਥਾਂ ਤੇ ਆ ਕੇ ਅਰਦਾਸ ਕਰਨ, ਉਹਨਾਂ ਦੀ ਵੀ ਸਹਾਇਤਾ ਕਰਦਾ ਹਰਿਮੰਦਰ ਸਾਹਿਬ। ਇਹ ਸਿੰਘ ਕਹਿ ਰਹੇ, ਕਿੰਨੀ ਵੱਡੀ ਸ਼ਰਧਾ ਹੈ ਸਾਧ ਸੰਗਤ ਦੀ ਸਿੰਘਾਂ ਦੀ। ਹਾਂਜੀ, ਇਸ ਕੋ ਸਕਲ ਪ੍ਰਸੰਗ ਸੁਨਾਵੋ। ਭਾਈ ਰਾਮ ਕੋਇਰ ਜੀ, ਆਪ ਕਿਰਪਾ ਕਰੋ, ਸਾਨੂੰ ਹਰਿਮੰਦਰ ਸਾਹਿਬ ਦਾ ਪ੍ਰਸੰਗ ਸੁਣਾਵੋ। ਹਾਂਜੀ, ਸ਼ਰੋਤਨ ਕੋ ਸੰਦੇਹੋ ਮਿਟਾਵੋ। ਸਾਨੂੰ ਪਤਾ ਨਹੀਂ ਹੈ ਸਰੋਵਰ ਕਦੋਂ ਬਣਿਆ, ਕਿੰਨੇ ਬਣਾਇਆ, ਹਰਿਮੰਦਰ ਸਾਹਿਬ ਕਿਵੇਂ ਬਣਿਆ। ਕਥਾ ਸੁਣਨ ਵਾਲਿਆਂ ਦਾ ਇਹ ਵੀ ਸ਼ੰਕਾ ਦੂਰ ਕਰ ਦਿਓ। ਹਾਂਜੀ, ਸਭ ਕੇ ਹਿਰਦੇ ਲਾਲਸਾ ਭਾਰੀ। ਹਾਂਜੀ, ਗਹੀ ਆਏ ਕਰ ਸ਼ਰਨ ਤਿਹਾਰੀ। ਇਸ ਕਰਕੇ ਸਾਰਿਆਂ ਦੇ ਮਨ ਵਿੱਚ ਲਾਲਸਾ ਹੈ। ਕਾਦੀ ਲਾਲਸਾ ਜੀ? ਹਰਿਮੰਦਰ ਸਾਹਿਬ ਦੀ ਕਥਾ ਸੁਣਨ ਦੀ ਜੀ। ਹਾਂਜੀ, ਇੰਨੀ ਕੁ ਬਚਨ ਸੁਣ ਕੇ ਜਿਹਦੀ ਨਹੀਂ ਲਾਲਸਾ, ਉਹਦੀ ਵੀ ਪੈਦਾ ਹੋ ਗਈ ਹੋਏਗੀ ਜੀ। ਵੀ ਸੁਣੀਏ ਹਰਿਮੰਦਰ ਸਾਹਿਬ ਦੀ ਕਥਾ ਸੁਣੀਏ। ਹਾਂਜੀ, ਤੁਮ ਹੋ ਮਹਾ ਕਿਰਪਾਲ ਸਭਗੈ। ਤੇ ਭਾਈ ਰਾਮ ਕੋਇਰ ਜੀ, ਤੁਸੀਂ ਤੇ ਬੜੇ ਕਿਰਪਾਲੂ ਹੋ ਤੇ ਸਰਬੱਗੇ। ਸਰਬੱਗੇ ਦਾ ਅਰਥ ਹੁੰਦਾ ਸਮਰੱਥ। ਹਾਂਜੀ, ਬ੍ਰਹਮ ਗਿਆਨ ਤੇ ਮਹਾ ਤਤਗੈ। ਤੇ ਇਹਦੇ ਚ ਕੋਈ ਸ਼ੱਕ ਨਹੀਂ ਹੈ ਸਾਧ ਸੰਗਤ ਜੀ। ਭਾਈ ਰਾਮ ਕੋਇਰ ਜੀ ਬਾਬਾ ਬੁੱਢਾ ਜੀ ਦੀ ਕੁਲ ਵਿੱਚੋਂ ਬ੍ਰਹਮ ਗਿਆਨੀ ਸਨ ਜੀ। ਕਿੰਨੇ ਭਾਗਾਂ ਵਾਲੇ ਉਹ ਸਿੱਖ ਹੋਣਗੇ ਜਿਹੜੇ ਬ੍ਰਹਮ ਗਿਆਨੀ ਬਾਬਾ ਰਾਮ ਕੋਇਰ ਜੀ ਦੇ ਮੁਖੋਂ ਸਾਧ ਸੰਗਤ ਜੀ ਇਹ ਕਥਾ ਸੁਣ ਰਹੇ। ਕਹਿੰਦੇ ਜੀ ਸਿੱਖ ਕਹਿੰਦੇ, ਮਹਾਰਾਜ ਤੁਸੀਂ ਤੇ ਬ੍ਰਹਮ ਗਿਆਨੀ ਹੋ, ਤਤ ਬੇਤੇ ਹੋ। ਸ਼ਕਤਮਾਨ ਚਾਹੋ ਜਿਮ ਕਰੋ। ਸ਼ਕਤੀਵਾਨ ਹੋ, ਜਿਵੇਂ ਚਾਹੋ ਉਵੇਂ ਕਰ ਸਕਦੇ ਹੋ। ਨਹਿ ਤ੍ਰਿਲੋਕ ਮੈਂ ਕਿਸ ਭੈ ਤਰਹੋ। ਤੁਹਾਨੂੰ ਤਿੰਨਾਂ ਲੋਕਾਂ 'ਚ ਕਿਹਦਾ ਡਰ ਹੈ? ਭਾਈ ਰਾਮ ਕੋਇਰ ਜੀ, ਬ੍ਰਹਮ ਗਿਆਨੀ ਨੂੰ ਕਿਸੇ ਦਾ ਡਰ ਨਹੀਂ ਹੈ ਸਿਵਾਏ ਪਰਮੇਸ਼ਰ ਤੋਂ। ਹਾਂਜੀ, ਭੂਤ ਭਵਿੱਖਿਅਤ ਕੇਰ ਬਿਰਤਾਂਤਾ। ਫਿਰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਮੈਨੂੰ ਇਸ ਕਥਾ ਦਾ ਪਤਾ ਨਹੀਂ ਹੈ। ਕਿਉਂ? ਸਾਧ ਸੰਗਤ ਜੀ, ਬ੍ਰਹਮ ਗਿਆਨੀਆਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ। ਕਿਹੜਾ ਸਮਾਂ ਪਿਛਲਾ ਸੀਗਾ, ਕੀ ਹੋਇਆ, ਉਹਨਾਂ ਨੂੰ ਗ੍ਰੰਥ ਪੜ੍ਹਨ ਦੀ ਲੋੜ ਨਹੀਂ ਹੁੰਦੀ। ਜੇ ਬ੍ਰਹਮ ਗਿਆਨੀ ਵੀ ਗ੍ਰੰਥ ਪੜ੍ਹ ਕਥਾ ਸੁਣਾਵੇ ਤਾਂ ਬ੍ਰਹਮ ਗਿਆਨੀ ਕਾਹਦਾ ਹੋਇਆ ਜੀ? ਫਿਰ ਬ੍ਰਹਮ ਗਿਆਨੀ ਦੇ ਅੰਦਰ ਹੀ ਸਭ ਕੁਝ ਹੁੰਦਾ ਹੈ ਜੀ। ਹਾਂਜੀ, ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਆ ਤਤ ਦੇ ਬੇਤੇ ਹੁੰਦੇ ਆ। ਹਾਂਜੀ, ਬ੍ਰਹਮ ਗਿਆਨੀ ਸਮਦਰਸ਼ੀ ਹੁੰਦੇ ਆ, ਤਤ ਦੇ ਬੇਤੇ ਹੁੰਦੇ ਆ। ਕਹਿਣ ਲੱਗੇ ਭਾਈ ਸਾਹਿਬ, ਬਾਬਾ ਜੀ ਤੁਸੀਂ ਤੇ ਬੀਤਿਆ ਸਮਾਂ ਵੀ ਜਾਣਦੇ ਹੋ ਤੇ ਭਵਿੱਖ ਦਾ ਬਾਰੇ ਵੀ ਆਉਣ ਵਾਲੇ ਸਮੇਂ ਬਾਰੇ ਵੀ ਜਾਣਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਜਗਤ ਵਿੱਚ ਪੋਥੀਆਂ ਪੜ੍ਹ ਕੇ ਪਿਛਲੇ ਸਮੇਂ ਦਾ ਤਾਂ ਕੋਈ ਅੰਦਾਜ਼ਾ ਲਾ ਲਓ, ਆਉਣ ਵਾਲੇ ਸਮੇਂ ਦਾ ਕਿਵੇਂ ਲਾਊ? ਬ੍ਰਹਮ ਗਿਆਨੀ ਨੂੰ ਪਿਛਲੇ ਸਮੇਂ ਦਾ ਵੀ ਪਤਾ ਹੁੰਦਾ ਤੇ ਆਉਣ ਵਾਲੇ ਦਾ ਵੀ ਪਤਾ ਹੁੰਦਾ। ਹਾਂਜੀ, ਰਾਵਰ ਹਿਰਦੈ ਸਰਬ ਕੀ ਗਿਆਤਾ। ਇਸ ਕਰਕੇ ਭਾਈ ਸਾਹਿਬ ਜੀ, ਮਹਾਂਪੁਰਸ਼ੋ, ਤੁਹਾਨੂੰ ਸਭ ਕੁਝ ਪਤਾ ਹੈ। ਪ੍ਰੇਮ ਜਾਣ ਕਰ ਮਨ ਸ਼ਰੋਤਾਨ। ਜਦੋਂ ਸਰੋਤਿਆਂ ਨੇ ਪਿਆਰ ਨਾਲ ਬੇਨਤੀ ਕੀਤੀ, ਉਹਨਾਂ ਦੇ ਮਨ ਦਾ ਪ੍ਰੇਮ ਵੇਖ ਕੇ ਕਰੋ ਸੁਦਾਸਰ ਕੋ ਬਖਿਆਨ। ਤੇ ਸਾਰੇ ਸਰੋਤੇ ਵੀ ਕਹਿਣ ਲੱਗੇ ਜੀ, ਕਹਿੰਦੇ ਜੀ ਵੇਖੋ ਸਾਡੇ ਮਨ ਦਾ ਪਿਆਰ ਵੇਖੋ, ਤੇ ਸਾਡਾ ਪਿਆਰ ਵੇਖ ਕੇ ਹੀ ਅੰਮ੍ਰਿਤਸਰ ਦੀ ਹਰਿਮੰਦਰ ਸਾਹਿਬ ਦੀ ਕਥਾ ਸੁਣਾਓ। ਸਰੋਤੇ ਪਿਆਰ ਵਾਲੇ ਹੋਣ, ਕਿਹਦਾ ਜੀ ਨਹੀਂ ਕਰਦਾ ਕਥਾ ਕਰਨ ਨੂੰ ਜੀ। ਹਾਂਜੀ, ਰਾਮ ਕੋਇਰ ਭਾਈ ਸੁਨ ਸਭੈ। ਜਦੋਂ ਭਾਈ ਰਾਮ ਕੋਇਰ ਜੀ ਨੇ ਸਾਰੇ ਸਿੱਖਾਂ ਦੀ ਬੇਨਤੀ ਸੁਣੀ, ਪਰਮ ਪ੍ਰਸੰਨ ਭਇਓ ਮਨ ਤਬੈ। ਤੇ ਫਿਰ ਕੀ ਹੋਇਆ ਜੀ? ਉਹਨਾਂ ਦਾ ਮਨ ਬੜਾ ਖੁਸ਼ ਹੋਇਆ। ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਕਥਾ ਸੁਣਦੇ ਆ ਤੇ ਚਾਅ ਹੈ ਕਥਾ ਸੁਣਨ ਦਾ ਜੀ। ਹਾਂਜੀ, ਹੁਣ ਕੋਈ ਗਿਆਨੀ ਸਿੰਘ ਤੁਹਾਨੂੰ ਕਹੇ ਵੀ ਬੋਲੋ ਵਾਹਿਗੁਰੂ ਤੇ ਤੁਸੀਂ ਬੋਲੋ ਹੀ ਨਾ, ਤਾਂ ਫਿਰ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਚਾਅ ਕੋਈ ਨਹੀਂ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਜੀ ਜਦੋਂ ਤੁਸੀਂ ਵਾਹਿਗੁਰੂ ਕਹਿੰਦੇ, ਮੈਨੂੰ ਵੀ ਬਲ ਮਿਲ ਜਾਂਦਾ ਹੈ ਜੀ। ਰਾਮ ਕੋਇਰ ਜੀ, ਸਾਧ ਸੰਗਤ ਜੀ ਬੜੇ ਖੁਸ਼ ਹੋਏ ਸੰਗਤਾਂ ਦੇ ਮੁਖੋਂ, ਸਿੰਘਾਂ ਦੇ ਮੁਖੋਂ ਇਹ ਬਚਨ ਸੁਣ ਕੇ। ਕਥਾ ਸੁਣਨ ਕੀ ਲਾਲਸ ਜਾਨੀ। ਜਾਣਿਆ ਵੀ ਸਿੱਖਾਂ ਦੇ ਮਨ 'ਚ ਕਥਾ ਸੁਣਨ ਦਾ ਚਾਉ ਹੈ ਸ਼ਰੋਤਨ ਕੇ ਪ੍ਰੀਤ ਮਹਾਨੀ। ਸਰੋਤਿਆਂ ਦੇ ਮਨ 'ਚ ਪਿਆਰ ਹੈ ਕਥਾ ਸੁਣਨ ਦਾ।
ਇਹ ਕਥਾ ਸੁਣਨੀ ਹੈ ਸਤਿਗੁਰਾਂ ਦੀ। ਮਨ ਮਹਿ ਕਰਤ ਸੁਭਇਓ ਵਿਚਾਰਾ। ਤੇ ਸਰੋਤਿਆਂ ਦਾ ਪਿਆਰ ਵੇਖ ਕੇ ਨਾ ਇਹ ਮਨ 'ਚ ਵਿਚਾਰ ਕਰਦੇ ਆ। ਹਾਂਜੀ, ਸ਼ਰੋਤਨ ਪ੍ਰੀਤੀ ਦੇਖ ਅਪਾਰਾ। ਵੀ ਅੱਜ ਤੇ ਸਰੋਤਿਆਂ ਦਾ ਮਹਾਨ ਪ੍ਰੇਮ ਵੇਖਣ ਨੂੰ ਮਿਲਿਆ। ਆਪ ਆਖ ਰਹੇ ਆ ਵੀ ਸਾਨੂੰ ਇਹ ਕਥਾ ਸੁਣਾਓ। ਹਾਂਜੀ, ਜਾਂ ਤੇ ਕਥਾ ਕਹਿਨ ਪਰ ਗੁਰ ਕੀ। ਹਾਂਜੀ। ਵਧੀ ਪ੍ਰੀਤ ਭਾਈ ਕੇ ਉਰ ਕੀ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਫਿਰ ਨਾ ਜਦੋਂ ਸਰੋਤਿਆਂ ਨੇ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਸੁਣਾਓ ਕਥਾ, ਤੇ ਫਿਰ ਕੀ ਹੋਇਆ? ਫਿਰ ਉਹਨਾਂ ਦੇ ਮਨ ਵਿੱਚ ਵੀ ਕਥਾ ਕਰਨ ਦਾ ਪਿਆਰ ਵਧਿਆ, ਵੀ ਕਥਾ ਕਰਨੀ ਹੈ, ਹੋਰ ਪ੍ਰੇਮ ਨਾਲ ਕਰਨੀ ਹੈ। ਸਾਹਿਬ ਸਿੰਘਾਦਿਕ ਜੇ ਸ਼ਰੋਤਾ। ਭਾਈ ਸਾਹਿਬ ਸਿੰਘ ਜੀ ਹੋਰ ਸਿੰਘ ਜਿਹੜੇ ਮਹਾਂਪੁਰਸ਼ ਬਾਬਾ ਜੀ ਬਾਬਾ ਰਾਮ ਕੋਇਰ ਜੀ ਦੇ ਕੋਲ ਰਹਿੰਦੇ ਸਨ, ਸਾਰੇ ਸਰੋਤੇ ਕਰੇ ਸਰਾਹਨ ਆਨੰਦ ਅਦੋਤਾ। ਉਹਨਾਂ ਦਾ ਆਨੰਦ ਪ੍ਰਕਾਸ਼ ਕਰਨ ਵਾਲੀ ਜਿਹੜੀ ਕਥਾ ਹੈ, ਉਹਨਾਂ ਦੇ ਮਨ ਨੂੰ ਆਨੰਦ ਦੇਣ ਵਾਲੀ, ਉਹ ਭਾਈ ਰਾਮ ਕੋਇਰ ਜੀ ਦੀਆਂ ਬੜੀਆਂ ਸਿਫਤਾਂ ਕਰਨ। ਭਾਈ ਸਾਹਿਬ ਤੁਸੀਂ ਤੇ ਬੜੇ ਆਨੰਦ ਨਾਲ ਸਾਨੂੰ ਮਹਾਰਾਜ ਦੀ ਕਥਾ ਸੁਣਾਉਂਦੇ ਹੋ। ਧਨ ਸਮਤ ਅਰ ਚਾਹੇ ਤੁਮਾਰੀ। ਤੇ ਅੱਗੋਂ ਫਿਰ ਪਤਾ ਕੀ ਕਹਿਣ ਲੱਗੇ ਜੀ ਬਾਬਾ ਰਾਮ ਕੋਇਰ ਜੀ? ਕਹਿੰਦੇ ਭਾਈ ਤੁਸੀਂ ਧੰਨ ਹੋ, ਧੰਨ ਹੈ ਤੁਹਾਡੀ ਬੁੱਧੀ। ਸਾਧ ਸੰਗਤ ਜਦੋਂ ਤੁਹਾਡੇ ਚੋਂ ਵੀ ਪ੍ਰੇਮੀ ਕਈ ਕਹਿੰਦੇ ਆ ਨਾ ਵੀ ਉਹ ਗੁਰੂ ਨਾਨਕ ਸਾਹਿਬ ਜੀ ਦੀ ਆਹ ਵਾਲੀ ਸਾਖੀ ਸੁਣਾਓ, ਇਹ ਸਾਖੀ ਸੁਣਨ ਨੂੰ ਜੀ ਕਰਦਾ, ਮਹਾਰਾਜ ਜੀ ਦਾ ਇਹ ਪ੍ਰਸੰਗ ਸੁਣਨ ਨੂੰ ਜੀ ਕਰਦਾ। ਕਈ ਵਾਰੀ ਮੈਨੂੰ ਪ੍ਰੇਮੀ ਪਤਾ ਕੀ ਕਹਿੰਦੇ, ਛੇਤੀ ਛੇਤੀ ਸੁਣਾਇਆ ਕਰ, ਅੱਗੇ ਕੀ ਆ ਅਸੀਂ ਡੀਕਦੇ ਰਹਿੰਦੇ ਆ, ਤੂੰ ਹੋਰ ਸੁਣਾਈ ਜਾਂਦਾ ਵਿੱਚ ਗੱਲਾਂ। ਤੇ ਉਹ ਮੈਂ ਕਈ ਵਾਰੀ ਦਾਸ ਜਾਣ ਕੇ ਵੀ ਸੁਣਾਉਣਾ ਵੀ ਪਤਾ ਤੇ ਲੱਗੇ ਕਿੰਨਾ ਕੁ ਸੁਣਦੇ ਆ। ਕਈ ਫਿਰ ਬਾਹਰੋਂ ਟੈਲੀਫੋਨ ਵੀ ਕਰ ਦਿੰਦੇ ਆ ਵੀ ਅੱਜ ਆਹ ਪ੍ਰਸੰਗ ਇੰਝ ਸੀ ਤੇ ਇਹਦੇ ਬਾਰੇ ਹੋਰ ਕੁਝ ਵੀ ਦੱਸੋ। ਸੋ ਭਾਈ ਸਾਹਿਬ ਕਹਿਣ ਲੱਗੇ ਬਾਬਾ ਰਾਮ ਕੋਇਰ ਜੀ, ਕਹਿੰਦੇ ਵਾਹ ਵਾਹ ਵਾਹ, ਤੁਹਾਡੀ ਤੇ ਬੜੀ ਸ੍ਰੇਸ਼ਟ ਮੱਤ ਹੈ, ਤੁਹਾਡੀ ਚਾਹਤ ਬੜੀ ਵਧੀਆ ਵੀ ਮਹਾਰਾਜ ਦੀ ਕਥਾ ਸੁਣੀਏ, ਹਰਿਮੰਦਰ ਸਾਹਿਬ ਦੀ ਕਥਾ ਸੁਣੀਏ। ਇਹ ਵੀ ਚਾਹਤ ਇੱਛਾ ਜਿਹੜੀ ਹੈ ਵਿਰਲਿਆਂ ਦੀ ਬਣਦੀ ਹੈ ਸਾਧ ਸੰਗਤ ਦੀ। ਹਾਂਜੀ, ਗੁਰ ਕੀ ਕਥਾ ਸੁਣਨ ਅਧਿਕਾਰੀ। ਕਹਿਣ ਲੱਗੇ ਤੁਸੀਂ ਅਸਲ ਵਿੱਚ ਮਹਾਰਾਜ ਦੀ ਕਥਾ ਸੁਣਨ ਦੇ ਅਧਿਕਾਰੀ ਹੋ। ਗੱਜ ਕੇ ਆਖੋ ਵਾਹਿਗੁਰੂ। ਕੋਈ ਕਥਾ ਸੁਣਨੀ ਨਹੀਂ ਚਾਹੁੰਦਾ, ਉਹਨੂੰ ਧੱਕੇ ਨਾਲ ਹੀ ਕਥਾ ਸੁਣਾਈ ਚੱਲੋ। ਸਾਧ ਸੰਗਤ ਦੀ ਕਥਾ ਦੀ ਵੀ ਬੇਅਦਬੀ ਹੈ। ਮਹਾਰਾਜ ਦੀ ਕਥਾ ਸੁਣਨ ਦੇ ਉਹ ਅਧਿਕਾਰੀ ਨੇ ਜਿਨ੍ਹਾਂ ਦੇ ਮਨ 'ਚ ਚਾਅ ਹੈ ਹੋਰ ਕੀ ਹੋਏਗਾ, ਹੁਣ ਅੱਗੇ ਕੀ ਹੋਏਗਾ, ਹੋਰ ਅੱਗੇ ਕੀ ਹੁੰਦਾ, ਜਿਨ੍ਹਾਂ ਦੇ ਮਨ 'ਚ ਚਾਅ ਹੋਣ ਜੀ। ਭਾਈ ਰਾਮ ਕੋਇਰ ਜੀ ਕਹਿਣ ਲੱਗੇ ਵੀ ਤੁਸੀਂ ਅਸਲ 'ਚ ਕਥਾ ਸੁਣਨ ਦੇ ਅਧਿਕਾਰੀ ਹੋ। ਸੁਨੋ ਪ੍ਰੇਮ ਤਰ ਸਰਬ ਸੁਨਾਮੋ। ਫਿਰ ਸੁਣੋ ਪ੍ਰੇਮ ਧਾਰ ਕੇ ਮੈਂ ਸਾਰੀ ਤੁਹਾਨੂੰ ਸੁਣਾਵਾਂਗਾ। ਸਭ ਸਰੋਤਨ ਕੇ ਹਿਰਦੈ ਰਿਝਾਵੋ। ਤੁਹਾਨੂੰ ਸਾਰੇ ਸਰੋਤਿਆਂ ਨੂੰ ਖੁਸ਼ ਕਰ ਦਿਆਂਗਾ, ਗੁਰੂ ਕਿਰਪਾ ਕਰੇ, ਕਿਉਂਕਿ ਬਾਬਾ ਰਾਮ ਕੋਇਰ ਜੀ ਬ੍ਰਹਮ ਗਿਆਨੀ ਨੇ ਨਾ। ਹਾਂਜੀ, ਜਿਸ ਕੇ ਸੁਨੇ ਭਰਮ ਬਿਨ ਸਾਵੈ। ਜਿਸ ਕੇ ਸੁਨੇ ਭਰਮ ਬਿਨ ਸਾਵੈ, ਜਿਹਦੇ ਸੁਣਨ ਨਾਲ ਤੁਹਾਡੇ ਭਰਮ ਹੀ ਦੂਰ ਹੋ ਜਾਣਗੇ ਦਰਬਾਰ ਸਾਹਿਬ ਬਾਰੇ। ਹਾਂਜੀ, ਗੁਰ ਆਸ਼ੈ ਕੋ ਸਿੱਖ ਸਭ ਪਾਵੈ। ਤੇ ਗੁਰੂ ਆਸ਼ੇ ਬਾਰੇ ਤੁਹਾਨੂੰ ਪਤਾ ਲੱਗੇਗਾ ਵੀ ਮਹਾਰਾਜ ਕੀ ਚਾਹੁੰਦੇ ਸਨ। ਹਾਂਜੀ, ਅਤ ਸੁੰਦਰ ਗੁਰ ਕੋ ਇਤਿਹਾਸ। ਭਾਈ ਰਾਮ ਕੋਇਰ ਜੀ ਕਹਿੰਦੇ ਸਿੰਘੋ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਬੜਾ ਸੋਹਣਾ ਹੈ। ਹਾਂਜੀ, ਹਿਰਦੇ ਵਿਕਾਰਨ ਕਰਤਾ ਨਾਸ਼। ਇਹ ਜਿਹੜਾ ਇਤਿਹਾਸ ਹੈ ਨਾ ਇਹ ਹਿਰਦੇ ਦੀ ਮੈਲ ਕੱਢਦਾ ਹੈ, ਹਿਰਦੇ ਦੀ ਮੈਲ ਕੱਢਦਾ ਹੈ, ਵਿਕਾਰਾਂ ਦਾ ਨਾਸ਼ ਕਰਦਾ ਹੈ। ਸ਼੍ਰੀ ਅੰਮ੍ਰਿਤਸਰ ਕੀ ਸ਼ੁਭ ਕਥਾ। ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਵਸਦੀ ਸਗਨ ਅਪਾਰ ਅਨੂਪ ਰਾਮ ਰਾਮਦਾਸਪੁਰ। ਬਾਬਾ ਜੀ ਬਾਬਾ ਰਾਮ ਕੋਇਰ ਜੀ ਸਿੰਘਾਂ ਨੂੰ ਕਹਿਣ ਲੱਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਜਿਹੜੀ ਕਥਾ ਹੈ, ਭਾਈ ਜਥਾ ਉਚਰੋ ਮੈਂ ਤਬਾ। ਜਿਵੇਂ ਹੋਈ ਹੁਣ ਉਵੇਂ ਦੱਸਾਂਗਾ। ਇੱਕ ਮਨ ਹੋਏ ਸੁਨੋ ਕਰ ਪ੍ਰੀਤ। ਤੁਸੀਂ ਇੱਕ ਮਨ ਹੋ ਕੇ ਸੁਣਨੀ ਹੈ, ਪਿਆਰ ਦੇ ਨਾਲ ਸੁਣੋ। ਮਹਾ ਮਹਾਤਮ ਪ੍ਰਾਪਤ ਪ੍ਰੀਮੀਤ। ਹਾਂ, ਇਸ ਕਥਾ ਨੂੰ ਸੁਣਨ ਨਾਲ ਮਹਾਤਮ ਬੜਾ ਵੱਡਾ ਹੈ। ਇਸ ਕਥਾ ਨੂੰ ਸੁਣਨ ਦਾ ਤੁਹਾਨੂੰ ਮਹਾਤਮ ਬੜਾ ਮਿਲੇਗਾ ਇਹ ਕਥਾ ਸੁਣਨ ਦਾ। ਸਤਿਗੁਰ ਕਥਾ ਕੇ ਹੈ ਸੁਖ ਰਾਸ। ਹਾਂਜੀ,
ਜਨਮ ਮਰਨ ਕੇ ਕਸ਼ਟ ਬਿਨਾਸ਼। ਤੇ ਭਾਈ ਰਾਮ ਕੋਇਰ ਜੀ ਕਹਿੰਦੇ ਸਿੰਘੋ ਮਹਾਰਾਜ ਦੀ ਕਥਾ ਤੇ ਹੈ ਹੀ ਸੁੱਖ ਦੇਣ ਵਾਲੀ ਹੈ। ਗੱਜ ਕੇ ਆਖੋ ਵਾਹਿਗੁਰੂ। ਦਾਸ ਦੇ ਅੱਗੇ ਇੱਕ ਬੇਨਤੀ ਕਰਦਾ ਹੁੰਦਾ, ਹੋਰ ਗੱਲਾਂ ਸਾਰੀਆਂ ਇੱਕ ਬੰਨੇ, 1 ਘੰਟਾ ਕਥਾ ਸੁਣਦੇ ਇਹ ਤੇ ਸਫਲਾ ਹੀ ਹੈ ਨਾ ਜੀ, ਇਹਦਾ ਤੇ ਸ਼ੁਭ ਫਲ ਮਿਲੇਗਾ ਹੀ ਨਾ ਜੀ। ਬਾਕੀ ਜਿਹੜਾ ਸਤਿਗੁਰਾਂ ਦਾ ਪਿਆਰ ਪੈਦਾ ਹੁੰਦਾ ਸਤਿਗੁਰਾਂ ਪ੍ਰਤੀ ਕਥਾ ਸੁਣ ਕੇ, ਉਹ ਵੱਖਰਾ। ਕਹਿੰਦੇ ਮਹਾਰਾਜ ਦੀ ਕਥਾ ਸੁੱਖ ਦੇਣ ਵਾਲੀ ਹੈ, ਸੁੱਖਾਂ ਦੀ ਰਾਸ ਹੈ। ਹਾਂਜੀ। ਦੋਹਰਾ ਜਨਮ 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 ਕੇ ਕਸ਼ਟ ਬਿਨਾਸ਼। ਜਨਮਾਂ ਜਨਮਾਂ ਦੇ ਤੇ ਜਨਮ ਮਰਨ ਦੇ ਕਸ਼ਟ ਵੀ ਦੂਰ ਕਰ ਦਿੰਦੀ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨਾ ਆਵੈ। ਹਾਂਜੀ। ਦੋਹਰਾ ਰਾਮ ਕੋਇਰ ਭਾਈ ਤਬੈ, ਕਰ ਸ਼ਰੋਤਨ ਸਵਧਾਨ। ਭਾਈ ਰਾਮ ਕੋਇਰ ਜੀ ਫਿਰ ਸਾਰੇ ਸਿੰਘਾਂ ਨੂੰ ਸਰੋਤਿਆਂ ਨੂੰ ਕਹਿਣ ਲੱਗੇ, ਸਰੋਤਿਓ ਹੋਵੋ ਫਿਰ ਸਾਵਧਾਨ। ਕਰਨ ਲਗਿਓ ਇਤਿਹਾਸ ਕੋ, ਵਰਣਨ ਜਥਾ ਮਹਾਨ। ਤੇ ਬੜਾ ਮਹਾਨ ਇਤਿਹਾਸ, ਹਰਮੰਦਰ ਸਾਹਿਬ ਦਾ ਮਹਾਨ ਇਤਿਹਾਸ ਭਾਈ ਰਾਮ ਕੋਇਰ ਜੀ ਸਿੰਘਾਂ ਨੂੰ ਸਰੋਤਿਆਂ ਨੂੰ ਸੁਣਾਉਣ ਲੱਗੇ। ਦੋਹਰਾ ਅਮਰਦਾਸ ਸ੍ਰੀ ਸਤਿਗੁਰੂ, ਜਾਨ ਸਕਲ ਗਤ ਲੀਨ। ਧੰਨ ਗੁਰੂ ਅਮਰਦਾਸ ਸਾਹਿਬ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਭਾਈ ਰਾਮ ਕੋਇਰ ਜੀ ਸੁਣਾ ਰਹੇ, ਕਵੀ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਗੁਰੂ ਅਮਰਦਾਸ ਜੀ ਨੇ ਸਾਰੀ ਗੱਲ ਪਹਿਲਾਂ ਹੀ ਜਾਣ ਲਈ ਸੀ। ਹਾਂਜੀ। ਸੋਢੀ ਕੁਲ ਭੂਖਨ ਤਬੈ, ਨਿਕਟ ਬੁਲਾਵਨ ਕੀਨ। ਤੁਸੀਂ ਗੁਰਤਾ ਗੱਦੀ ਦਾ ਪ੍ਰਸੰਗ ਸੁਣਿਆ ਵੀ ਉਹਨਾਂ ਦੀ ਉਮਰ ਛੋਟੀ ਹੈ, ਗੁਰੂ ਰਾਮਦਾਸ ਜੀ ਦੀ 7 ਸਾਲ ਆਪਣੇ ਦਿੱਤੇ। ਇਹ ਸਾਰੀ ਗੱਲ ਗੁਰੂ ਅਮਰਦਾਸ ਜੀ ਨੂੰ ਪਹਿਲਾਂ ਪਤਾ ਸੀ, ਇਸ ਕਰਕੇ ਸੋਢੀ ਕੁਲ ਦੇ ਭੂਖਣ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਆਪਣੇ ਪਾਸ ਬੁਲਾਇਆ ਜੀ। ਹਾਂਜੀ। ਚੌਪਈ ਸੁਨਹਿ ਸੋਮ ਬਸਨ ਹਿਤ ਥਾਨ। ਕਹਿਣ ਲੱਗੇ ਪੁੱਤਰ ਹੁਣ ਗੱਲ ਧਿਆਨ ਨਾਲ ਸੁਣੋ, ਤੁਹਾਡੇ ਵਸਣ ਵਾਸਤੇ ਇੱਕ ਥਾਂ ਹੈ। ਇਹ ਕੌਣ ਕਹਿ ਰਿਹਾ? ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਸੱਦ ਕੇ ਕਹਿ ਰਹੇ ਜੀ। ਹਾਂਜੀ। ਗ੍ਰਾਮ ਬਸਾਵੋ ਪਿਖ ਕਰ ਆਨ। ਜਾਓ ਉਹ ਥਾਂ ਵੇਖੋ ਜਾ ਕੇ, ਤੇ ਉਸ ਥਾਂ ਤੇ ਜਗ੍ਹਾ ਤੇ ਪਿੰਡ ਵਸਾਓ ਆਪਣਾ, ਨਗਰ ਵਸਾਓ ਆਪਣਾ। ਅੱਜ ਉਸ ਨਗਰ ਦਾ ਨਾਮ ਕੁੱਲ ਜਹਾਨ ਵਿੱਚ ਹੈਗਾ ਸਾਧ ਸੰਗਤ ਜੀ। ਹਾਂਜੀ। ਸਨੇ ਸਨੇ ਨਿਜ ਪਾਏ ਟਿਕਾਵੋ। ਹੌਲੀ ਹੌਲੀ ਉੱਥੇ ਪੈਰ ਟਿਕਾਇਓ ਆਪਣੇ। ਹਾਂਜੀ। ਬਹੁਰ ਕਰੋ ਪੁਰ ਮਹਾ ਬਸਾਵੋ। ਫਿਰ ਉੱਥੇ ਮਹਾਨ ਨਗਰ ਵਸਾਇਓ। ਪਹਿਲਾਂ ਪਿੰਡ ਵਸਾ ਲਓ, ਫਿਰ ਮਹਾਨ ਨਗਰ ਉਸ ਜਗ੍ਹਾ ਤੇ ਵਸਾਇਓ। ਹਾਂਜੀ। ਜਿਮ ਖਡੂਰ ਗੁਰ ਸੇਵਾ ਕਰਕੇ। ਜਿਵੇਂ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਰਹਿ ਕੇ। ਹਾਂਜੀ। ਪਾਸ਼ੇ ਆਨ ਬਸੇ ਹਮ ਟਰਕੈ। ਤੇ ਅਸੀਂ ਬਾਅਦ ਵਿੱਚ ਗੋਇੰਦਵਾਲਾ ਵਸੇ ਜੀ। ਗੁਰੂ ਅਮਰਦਾਸ ਜੀ ਆਪਣੇ ਬਾਰੇ ਕਹਿ ਰਹੇ। ਹਾਂਜੀ। ਇਮਨੀ ਕੀ ਨਿਜ ਹਿਰਦੈ ਵਿਚਾਰੋ, ਬਸਨ ਹੇਤ ਥਲ ਜਾਏ ਨਿਹਾਰੋ। ਇਸੇ ਤਰ੍ਹਾਂ ਤੁਸੀਂ ਵੀ ਆਪਣੀ ਵੱਖਰੀ ਜਗ੍ਹਾ ਬਣਾਉਣੀ ਹੈ। ਆਪਣੀ ਵੱਖਰੀ ਜਗ੍ਹਾ ਬਣਾਓ, ਵਧੀਆ ਥਾਂ ਵੇਖ ਕੇ। ਅਹੈ ਪਰਗਨਾ ਤੁਮਰੇ ਪਾਸ। ਤੁਹਾਡੇ ਕੋਲ ਪਰਗਨਾ ਹੈ, ਭਾਵ ਜ਼ਮੀਨ ਦਾ ਖੁੱਲਾ ਹਿੱਸਾ ਹੈ। ਹਾਂਜੀ। ਥਲ ਆਸ਼ੋ ਪਿਖ ਕਰੋ ਆਵਾਸ। ਚੰਗੀ ਥਾਂ ਵੇਖ ਕੇ ਆਪਣਾ ਆਵਾਸ ਕਰੋ, ਆਪਣਾ ਘਰ ਬਣਾਓ ਉੱਥੇ। ਹਾਂਜੀ। ਸੁਨ ਸ਼੍ਰੀ ਰਾਮਦਾਸ ਕਰ ਜੋਰੇ। ਧੰਨ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਸੁਣੇ ਤੇ ਕੀ ਕੀਤਾ ਜੀ? ਸੁਨ ਸ਼੍ਰੀ ਰਾਮਦਾਸ ਕਰ ਜੋਰੇ, ਹੱਥ ਜੋੜ ਲਏ ਜੀ। ਤੁਸੀਂ ਵੀ ਜੋੜੋ, ਆਖੋ ਵਾਹਿਗੁਰੂ ਵਾਹਿਗੁਰੂ। ਹੁਕਮ ਆਪ ਕੋ ਮੋਰ ਅਮੋਰੇ। ਕਹਿਣ ਲੱਗੇ ਮਹਾਰਾਜ ਮੈਂ ਆਪ ਜੀ ਦਾ ਹੁਕਮ ਮੋੜ ਨਹੀਂ ਸਕਦਾ। ਹਾਂਜੀ। ਰਾਵਰ ਕੀ ਰਜਾਏ ਮਹਾਰਾਜੀ। ਮਹਾਰਾਜ ਮੈਂ ਤੇ ਸਦਾ ਆਪ ਜੀ ਦੀ ਆਗਿਆ ਵਿੱਚ ਰਾਜੀ ਹਾਂ। ਇਹੀ ਪ੍ਰਤੱਗਿਆ ਮੈਂ ਉਰਸਾ ਜੀ। ਮੈਂ ਆਪਣੇ ਹਿਰਦੇ 'ਚ ਪ੍ਰਤਿੱਗਿਆ ਕੀਤੀ ਹੈ, ਕਦੀ ਆਪ ਜੀ ਦਾ ਹੁਕਮ ਨਹੀਂ ਮੋੜਨਾ ਜੀ। ਇਹ ਗੁਰੂ ਰਾਮਦਾਸ ਜੀ ਨੇ ਪ੍ਰਤਿੱਗਿਆ ਕੀਤੀ ਸੀਗੀ ਜੀ, ਵੀ ਮਹਾਰਾਜ ਜੋ ਕਹਿ ਦੇਣ ਨਾ ਟਾਲਣਾ ਨਹੀਂ ਹੈ। ਹਾਂਜੀ। ਜੋ ਤੁਮ ਕਰੋ ਸੋ ਆਸ਼ੀ ਹੋਏ। ਮਹਾਰਾਜ ਜੋ ਤੁਸੀਂ ਮੈਨੂੰ ਕਹੋਗੇ ਮਹਾਰਾਜ ਉਹਦੇ ਵਿੱਚ ਮੇਰਾ ਭਲਾ ਹੀ ਹੋਣਾ ਹੈ। ਹਾਂਜੀ। ਆਸ਼ੀ ਹੋਏ ਕਰੋ ਤੁਮ ਜੋਏ। ਤੁਸੀਂ ਕਰਦੇ ਹੀ ਹੋ, ਧਿਆਨ ਨਾਲ ਸੁਣਿਓ, ਤੁਸੀਂ ਕਰਦੇ ਹੀ ਹੋ
ਜੋ ਚੰਗਾ ਹੁੰਦਾ ਹੈ, ਗੱਜ ਕੇ ਆਖੋ ਵਾਹਿਗੁਰੂ। ਦੂਜਾ ਕੰਮ ਹੀ ਨਹੀਂ ਕਰਦੇ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਮਹਾਰਾਜ ਭਲਾ ਹੀ ਕਰਦੇ ਹੋ ਤੁਸੀਂ ਸਦਾ। ਹਾਂਜੀ, ਹਮ ਪ੍ਰਾਨੀ ਕਿਆ ਸਕੈ ਵਿਚਾਰੇ। ਧੰਨ ਗੁਰੂ ਰਾਮਦਾਸ ਜੀ ਦੀ ਨਿਮਰਤਾ। ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਅਸੀਂ ਪ੍ਰਾਣੀ ਪ੍ਰਾਣਾ ਧਾਰੀ ਜੀਵ, ਮਹਾਰਾਜ ਕੀ ਕਹਿ ਸਕਦੇ ਆ ਤੁਹਾਨੂੰ। ਹਾਂਜੀ, ਸਭ ਗੁਣ ਸਾਗਰ ਮਹਿਦ ਅਪਾਰੇ। ਤੁਸੀਂ ਸਾਰੇ ਗੁਣਾਂ ਦੇ ਸਾਗਰ ਹੋ, ਇੰਨੇ ਵੱਡੇ ਦਾਤੇ ਹੋ ਮਹਾਰਾਜ। ਹਾਂਜੀ, ਥਲ ਕੋ ਪਰਖਨ ਹੇਤ ਨਿਕੇਤ, ਹਾਂਜੀ। ਮੈਂ ਤੁਮ ਆਗੇ ਕਹਾਂ ਅਚੇਤ। ਤੇ ਮਹਾਰਾਜ ਘਰ ਬਣਾਉਣ ਵਾਸਤੇ, ਸਤਾਨ ਜਗ੍ਹਾ ਪਰਖਣ ਵਾਸਤੇ ਮੈਨੂੰ ਤੇ ਸੋਝੀ ਕੋਈ ਨਹੀਂ ਹੈ। ਕੱਢ ਕੇ ਆਖੋ ਵਾਹਿਗੁਰੂ। ਸਾਡੇ ਵਰਗਾ ਹੋਵੇ ਕਵੇ ਮਹਾਰਾਜ ਹੁਣੇ ਪਲਾਟ ਵੇਖ ਆਉਂਦੇ ਆ ਜਿੱਥੇ ਕਹਿੰਦੇ ਹੋ। ਹਾਂਜੀ, ਮਹਾਰਾਜ 1000 ਦਾ ਕਹਿਣ ਤੇ ਅਸੀਂ 150 ਗੱਜ ਦਾ ਕੱਟਣਾ ਜੀ ਆਪਣੇ ਲਈ। ਤੇ ਗੁਰੂ ਰਾਮਦਾਸ ਸਾਹਿਬ ਸਾਰਾ ਕੁਝ ਜਾਣਨ ਵਾਲੇ ਗੁਰੂ ਅਮਰਦਾਸ ਜੀ ਨੂੰ ਕਹਿੰਦੇ ਮਹਾਰਾਜ ਮੈਨੂੰ ਤੇ ਜ਼ਮੀਨ ਵੇਖਣੀ ਨਹੀਂ ਆਉਂਦੀ, ਪਰਖਣੀ ਨਹੀਂ ਆਉਂਦੀ। ਹਾਂਜੀ, ਅਰਜੀ ਸਿੱਖ ਕੀ ਰਾਵਰ ਮਰਜੀ। ਇੱਕ ਸਿੱਖ ਦੀ ਅਰਜ਼ ਹੈ, ਅੱਗੋਂ ਜਿਵੇਂ ਆਪ ਜੀ ਦੀ ਮਰਜ਼ੀ। ਹਾਂਜੀ, ਮੈਂ ਗੁਰੂ ਜੀ ਇੱਕ ਸੇਵਾ ਗਰਜੀ। ਮਹਾਰਾਜ ਮੇਰੀ ਤੇ ਇੱਕੋ ਹੀ ਗਰਜ ਹੈ, ਇੱਕੋ ਹੀ ਮੰਗ ਹੈ, ਲੋੜ ਵੀ ਹੈ, ਉਹ ਹੈ ਤੁਹਾਡੀ ਸੇਵਾ। ਕੱਜ ਕੇ ਆਖੋ ਵਾਹਿਗੁਰੂ। ਕਿੰਨਾ ਪਿਆਰ ਹੈ ਗੁਰੂ ਅਮਰਦਾਸ ਜੀ ਦੇ ਨਾਲ, ਗੁਰੂ ਰਾਮਦਾਸ ਜੀ ਦਾ। ਮਹਾਰਾਜ ਮੈਂ ਤੇ ਤੁਹਾਡੀ ਸੇਵਾ ਹੀ ਕਰਨੀ ਚਾਹੁੰਦਾ ਬਸ। ਹਾਂਜੀ, ਜਿਮ ਰਜਾਏ ਜਿਸ ਸਲ ਕੋ ਕਹੋ। ਜਿਵੇਂ ਤੁਹਾਡਾ ਹੁਕਮ ਹੈ, ਜਿਵੇਂ ਤੁਹਾਡੀ ਰਜਾ ਹੈ, ਜਿਸ ਪਾਸੇ ਜਾਣ ਨੂੰ ਕਹੋਗੇ। ਹਾਂਜੀ, ਸਕਲ ਰੀਤ ਨੀਕੇ ਜਿਸ ਲਹੋ। ਜਿਵੇਂ ਜਿਵੇਂ ਤੁਸੀਂ ਮੇਰਾ ਭਲਾ ਸਮਝੋ, ਮੇਰਾ ਚੰਗਾ ਸਮਝੋ। ਇਹ ਬੈਕਗਰਾਉਂਡ ਕਥਾ ਚੱਲ ਰਹੀ ਹੈ। ਹਾਂਜੀ, ਜਹਾਂ ਬਤਾਵਹੁ ਕਰੁਣਾ ਧਾਰ। ਮਹਾਰਾਜ ਜਿੱਥੇ ਕਿਰਪਾ ਕਰਕੇ ਮੈਨੂੰ ਕਹੋਗੇ, ਸੇਵਕ ਜਾਏ ਕਰੇ ਤਹਿ ਕਾਰ। ਮਹਾਰਾਜ ਮੈਂ ਸੇਵਕ ਬੰਦਾ ਉੱਥੇ ਜਾ ਕੇ ਕੰਮ ਸ਼ੁਰੂ ਕਰ ਦੇਣਾ। ਹਾਂਜੀ, ਨਹਿ ਸੁਤੰਤਰ ਕਛ ਮੋਤੇ ਹੋਏ। ਮਹਾਰਾਜ ਮੈਂ ਆਜ਼ਾਦ ਨਹੀਂ ਆ। ਗੱਜ ਕੇ ਆਖੋ ਵਾਹਿਗੁਰੂ। ਇਹ ਗੱਲਾਂ ਹਵਾ ਚ ਡਾਉਣ ਵਾਲੀਆਂ ਨਹੀਂ ਹੈਗੀਆਂ ਵੀ ਮੈਂ ਬੋਲੀ ਜਾਵਾਂ ਤੁਸੀਂ ਸੁਣੀ ਜਾਓ। ਨਹੀਂ ਪਿਆਰਿਓ, ਨਾਲ ਨਾਲ ਕਥਾ ਸੁਣੋ, ਨਾਲ ਨਾਲ ਅਰਦਾਸ ਕਰੋ ਸਤਿਗੁਰੂ ਇਹ ਬਚਨ ਸਾਡੇ ਜੀਵਨ ਦਾ ਅੰਗ ਬਣ ਜਾਣ ਜੀ। ਮਹਾਰਾਜ ਮੈਂ ਬਿਲਕੁਲ ਅਣਜਾਣ, ਮੈਨੂੰ ਕੀ ਪਤਾ, ਜੋ ਕਰਨਾ ਤੁਸੀਂ ਕਰਨਾ। ਮਹਾਰਾਜ ਮੈਂ ਆਜ਼ਾਦ ਨਹੀਂ ਆ, ਮੈਂ ਤੁਹਾਡਾ ਗੁਲਾਮ ਆ। ਅੱਜ ਹਰ ਬੰਦੇ ਦੀ ਮੰਗ ਹੈ ਮੈਂ ਆਜ਼ਾਦ ਹੋਵਾਂ ਜੀ, ਮੈਨੂੰ ਪੁੱਛਣ ਗਿੱਛਣ ਵਾਲਾ ਕੋਈ ਨਾ ਹੋਵੇ ਜੀ। ਮਹਾਰਾਜ ਮੈਂ ਤੇ ਗੁਲਾਮ ਬੰਦਾ ਹਾਂ, ਮੇਰੇ ਕੋਲੋਂ ਕੀ ਕੰਮ ਸੌਰਨਾ ਹੈ। ਹਾਂਜੀ, ਸੋ ਸਭ ਕਰਹੁ ਪ੍ਰੇਰੋ ਜੋਏ। ਮੈਂ ਤੇ ਉਹ ਕਰ ਸਕਦਾ ਜੋ ਤੁਸੀਂ ਕਹੋਗੇ। ਆਪਣੀ ਮਰਜ਼ੀ ਨਾਲ ਮੈਂ ਕੀ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਅਸੀਂ ਮਹਾਰਾਜ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੀ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ? ਕਦੀ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤੁਹਾਡਾ ਗੁਲਾਮ ਹੈਗਾ। ਹਾਂਜੀ, ਮਾਲਕ ਬਣ ਕੇ ਆਰਡਰ ਜ਼ਰੂਰ ਮਾਰੇ ਵੀ ਮਹਾਰਾਜ ਇੰਜ ਕਰ ਦਿਓ। ਕਦੀ ਕਿਹਾ ਮਹਾਰਾਜ ਅਸੀਂ ਗੁਲਾਮ ਆ ਤੁਹਾਡੇ, ਅਸੀਂ ਸੇਵਕ ਆ ਮਹਾਰਾਜ, ਅਸੀਂ ਸੁਤੰਤਰ ਨਹੀਂ ਹੈਗੇ। ਜਿੱਧਰ ਪਾਉਂਦਾ ਉਧਰ ਲੈ ਕੇ ਜਾਇਓ, ਜਿੱਧਰ ਨਹੀਂ ਪਾਉਂਦਾ ਉਧਰ ਨਾ ਲੈ ਕੇ ਜਾਇਓ। ਗੁਰਮੁਖ ਅਰਦਾਸ ਕਰਨ ਲੱਗ ਪੈਂਦੇ ਸੀ ਬੜੀ ਲੰਬੀ, ਜਿੱਧਰ ਭਾਵੇ ਉਧਰ ਲੈ ਕੇ ਜਾਈ, ਜਿੱਧਰ ਨਾ ਭਾਵੇ ਉਧਰ ਨਾ ਲੈ ਕੇ ਜਾਈ। ਜਿਹਦੇ ਨਾਲ ਜੀ ਕਰੇ ਉਹਦੇ ਨਾਲ ਮੇਲਾ ਕਰਾਈ, ਜਿਹਦੇ ਨਾਲ ਨਾ ਜੀ ਕਰੇ ਉਹਦੇ ਨਾਲ ਨਾ ਮੇਲਾ ਕਰਾਈ। ਜਿੱਥੇ ਰੱਖੀ ਆਪਣੀ ਚਰਨਾਂ 'ਚ ਰੱਖੀ। ਬੜੀ ਲੰਬੀ ਅਰਦਾਸ ਕਰਦੇ ਸਨ ਜੀ। ਹਾਂਜੀ, ਸੁਨ ਸ੍ਰੀ ਅਮਰਦਾਸ ਕਰ ਕਰੁਣਾ। ਉਹ ਜਦੋਂ ਇੰਨੀ ਨਿਮਰਤਾ ਵਾਲੇ ਬੋਲ ਗੁਰੂ ਰਾਮਦਾਸ ਜੀ ਨੇ ਕਹੇ ਤੇ ਨਿਮਰਤਾ ਵਾਲੇ ਬੋਲ ਸੁਣ ਕੇ ਗੁਰੂ ਅਮਰਦਾਸ ਜੀ ਹੋਰ ਕਿਰਪਾ ਦੇ ਘਰ ਵਿੱਚ ਆਏ ਜੀ। ਹਾਂਜੀ, ਸਰਬ ਪਰ ਸੰਗ ਭਲੇ ਕਰ ਵਰਨਾ। ਤੇ ਕਹਿੰਦੇ ਮੈਂ ਉਹ ਸਾਰੀ ਗੱਲ ਤੁਹਾਨੂੰ ਦੱਸਦਾ। ਗੁਰੂ ਅਮਰਦਾਸ ਜੀ ਨੇ ਕੀ ਗੱਲ ਚੰਗੀ ਤਰ੍ਹਾਂ ਗੁਰੂ ਰਾਮਦਾਸ ਜੀ ਨੂੰ ਕਹੀ, ਕਿਹੜੀ ਗੱਲ ਕਹੀ। ਹਾਂਜੀ, ਗ੍ਰਾਮ ਤੁੰਗ ਤੇ ਅਹੈ ਉਰੇਰੇ। ਹੁਣ ਬੜੇ ਧਿਆਨ ਨਾਲ ਸੁਣਿਓ, ਜਰਾ ਸਾਵਧਾਨ ਹੋਵੋ। ਹਾਂ, ਲੱਕ ਸਿੱਧੇ ਕਰਕੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਦੱਸਦੇ ਐ ਗ੍ਰਾਮ ਤੁੰਗ ਤੇ ਅਹੈ ਉਰੇਰੇ। ਕਹਿੰਦੇ ਐ ਤੁੰਗ ਪਿੰਡ ਤੋਂ ਉਰਾਂ। ਤੁੰਗ ਪਿੰਡ ਆ ਕਿਹੜਾ ਪਿੰਡ ਹੈ ਭਲਾ? ਹਾਂਜੀ, ਪੁਰਾਣੇ ਬਜ਼ੁਰਗਾਂ ਨੂੰ ਪਤਾ, ਤੁੰਗਾਂ ਦੀ ਥਾਂ ਹੈ ਜੀ।
ਹਾਂਜੀ, ਇਹ ਤੁੰਗ ਵਾਲਾ ਸਾਰਾ ਜੀ, ਤੁੰਗ ਪਿੰਡ ਹੈ ਜੀ, ਇਹ ਤੁੰਗ ਪਿੰਡ ਦੀ ਥਾਂ ਹੈ ਜੀ। ਹਾਂਜੀ, ਇਤਿਹਾਸਕ ਪਿੰਡ ਹੈ, ਅੰਮ੍ਰਿਤਸਰ ਸ਼ਹਿਰ ਵਸਣ ਤੋਂ ਪਹਿਲਾਂ ਦਾ ਪਿੰਡ 'ਚ ਤੁੰਗਾ। ਹਾਂਜੀ, ਤੁਸੀਂ ਹਿਸਾਬ ਲਾ ਲਓ ਕਦੋਂ ਦਾ ਹੋਏਗਾ ਜੀ। ਮਹਾਰਾਜ ਕਹਿਣ ਲੱਗੇ ਤੁੰਗਾ ਤੋਂ ਉਰਾਂ, ਭਾਵ ਤੁੰਗਾ ਤੋਂ ਪਹਿਲਾਂ। ਹਾਂਜੀ, ਗਿਲਵਾਲੀ ਤੇ ਲਖੋ ਪਰੇਰੇ, ਗੱਜ ਕੇ ਆਖੋ ਵਾਹਿਗੁਰੂ। ਗਿਲਵਾਲੀ ਪਿੰਡ ਉਰੇ ਤੋਂ ਪਰਾਂ। ਹਾਂਜੀ, ਜਦੋਂ ਗੋਇੰਦਵਾਲ ਸਾਹਿਬ ਤੋਂ ਆਵਾਂਗੇ ਗਿਲਵਾਲੀ ਤੋਂ ਪਰਾਂ ਹੋ ਜਾਣਾ ਤੇ ਤੁੰਗਾ ਤੋਂ ਉਰਾਂ ਹੋ ਜਾਣਾ ਜੀ ਦਰਬਾਰ ਸਾਹਿਬ ਜੀ। ਹਾਂਜੀ, ਤੁੰਗਾ ਤੋਂ ਪਹਿਲਾਂ ਆਉਂਦਾ, ਗਿਲਵਾਲੀ ਟੱਪ ਕੇ ਆਉਂਦਾ ਜੀ। ਗਿਲਵਾਲੀ ਪਿੰਡ ਨੂੰ ਟੱਪਣਾ ਪੈਣਾ ਜੀ ਤੇ ਤੁੰਗਾ ਤੋਂ ਪਹਿਲਾਂ ਆਉਣਾ ਜੀ। ਗਿਲਵਾਲੀ ਦਾ ਹੁਣ ਨਾਮ ਹੈ ਗੁਰੂਵਾਲੀ, ਧਿਆਨ ਨਾਲ ਸੁਣਿਓ। ਹੁਣ ਉਹਦਾ ਨਾਮ ਗੁਰੂਵਾਲੀ ਹੈ ਜੀ। ਪਹਿਲਾ ਨਾਮ ਸੀਗਾ ਗਿਲਵਾਲੀ ਤੇ ਮੈਂ ਹੁਣੇ ਉੱਥੋਂ ਹੀ ਆਇਆ ਜੀ, ਗੁਰੂਵਾਲੀ ਪਿੰਡ ਚੋਂ ਹੀ ਆਇਆ ਜੀ, ਉੱਥੋਂ ਹੀ ਸਿੱਧਾ ਆ ਰਿਹਾ ਜੀ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿਣ ਲੱਗੇ ਗਿਲਵਾਲੀ, ਗਿਲਵਾਲੀ ਪਿੰਡ ਤੋਂ ਪਰਾਂ ਹੈ ਸੁਲਤਾਨ ਪਿੰਡ ਜਿਸ ਨਾਮੋਂ, ਤੇ ਇੱਕ ਪਿੰਡ ਹੈ ਜਿਹਦਾ ਨਾਮ ਹੈ ਸੁਲਤਾਨਵਿੰਡ। ਤੁੰਗਾ, ਗਿਲਵਾਲੀ, ਸੁਲਤਾਨਵਿੰਡ, ਇਹ ਵੀ ਨਾਮ ਪਿੰਡ ਬੜਾ ਪੁਰਾਣਾ ਹੈ ਜੀ। ਸੁਲਤਾਨਵਿੰਡ ਜਿਹੜਾ ਪਿੰਡ ਹੈ, ਤਿਸ ਤੇ ਪੱਛਮ ਦਿਸ ਅਬਰਾਮੂ, ਉਹਦੇ ਪੱਛਮ ਵਾਲੇ ਪਾਸੇ ਇੱਕ ਸੋਹਣੀ ਥਾਂ ਹੈਗੀ ਹੈ, ਉਹਦੇ ਪੱਛਮ ਵਾਲੇ ਪਾਸੇ। ਹਾਂਜੀ, ਤਹਾਂ ਜਾਏ ਕਰ ਗ੍ਰਾਮ ਬਸਾਵੋ, ਤੇ ਉੱਥੇ ਜਾ ਕੇ ਨਗਰ ਵਸਾਉਣਾ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਮੈਂ ਪੁੱਛਾਂ ਵੀ ਕਿੱਥੇ ਕਿੱਥੇ ਆਖਿਆ ਜੀ? ਤੁੰਗਾ ਤੋਂ ਉਰਾਂ, ਗਿਲਵਾਲੀ ਤੋਂ ਪਰਾਂ ਤੇ ਸੁਲਤਾਨਵਿੰਡ ਤੋਂ ਪੱਛਮ ਵਾਲੇ ਪਾਸੇ ਕੀ ਵਸਾਉਣਾ? ਨਗਰ ਵਸਾਉਣਾ, ਗੁਰੂ ਅਮਰਦਾਸ ਜੀ ਨੇ ਕਿਹਾ। ਹਾਂਜੀ, ਸੁੰਦਰ ਆਪਣੇ ਸਦਨ ਬਣਾਵੋ, ਮਹਾਰਾਜ ਕਹਿਣ ਲੱਗੇ ਉੱਥੇ ਸੋਹਣੇ ਆਪਣੇ ਘਰ ਬਣਾਓ, ਪਹਿਲਾਂ ਘਰ ਬਣਾਓ। ਹਾਂਜੀ, ਜਿਤ ਕਦਰ ਬਲਾ ਗਹਿ ਤਿਸ ਸਥਾਨ, ਜਿੰਨੀ ਮਾਇਆ ਉਸ ਜਗ੍ਹਾ ਤੇ ਲੱਗੇ ਸੋ ਸਭ ਲਿਹੋ ਬ੍ਰਿਧ ਤੇ ਪਾਨ, ਉਹ ਬਾਬਾ ਬੁੱਢਾ ਜੀ ਦੇ ਹੱਥੋਂ ਲੈ ਲਓ। ਕਹਿਣ ਲੱਗੇ, ਗੱਜ ਕੇ ਆਖੋ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਬਾਬਾ ਬੁੱਢਾ ਸਾਹਿਬ। ਖਜ਼ਾਨਚੀ ਨੇ ਨਾ ਜੀ। ਮਹਾਰਾਜ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ ਉਹ ਮਾਇਆ ਬਾਬਾ ਬੁੱਢਾ ਜੀ ਦੇ ਕੋਲੋਂ ਲੈ ਲਓ। ਹਾਂਜੀ, ਜਬੇ ਸਦਨ ਤਹ ਲਿਹੋ ਚਨਾਏ, ਜਦੋਂ ਤੁਹਾਡੇ ਘਰ ਬਣ ਜਾਣਗੇ ਨਾ ਉੱਥੇ, ਹਾਂਜੀ, ਤਿਸ ਤੇ ਪੂਰਬ ਦਿਸ਼ ਪੁਨ ਜਾਏ, ਉੱਥੋਂ ਫਿਰ ਪੂਰਬ ਵਾਲੇ ਪਾਸੇ ਜਾਣਾ ਤੁਸੀਂ, ਜਿੱਥੇ ਤੁਹਾਡਾ ਘਰ ਬਣ ਜਾਏਗਾ। ਘਰ ਕਿੱਥੇ ਬਣਾਉਣਾ? ਤੁੰਗਾ ਤੋਂ ਉਰਾਂ, ਗਿਲਵਾਲੀ ਤੋਂ ਪਰਾਂ ਤੇ ਸੁਲਤਾਨਵਿੰਡ ਦੇ ਪੱਛਮ ਵਾਲੇ ਪਾਸੇ ਘਰ ਬਣਾਉਣਾ। ਉੱਥੇ ਜਦੋਂ ਘਰ ਬਣ ਜਾਏਗਾ ਉੱਥੋਂ ਤੁਸੀਂ ਪੂਰਬ ਵਾਲੇ ਪਾਸੇ ਨੂੰ ਜਾਣਾ। ਹਾਂਜੀ, ਤਹਾਂ ਬੈਠ ਤੀਰਥ ਖਨਵਾਵੋ, ਉੱਥੇ ਸਰੋਵਰ ਪਟਾਉਣਾ ਤੁਸੀਂ, ਉੱਥੇ ਬਹਿ ਜਾਣਾ, ਉੱਥੇ ਸਰੋਵਰ ਪਟਵਾਉਣਾ। ਹਾਂਜੀ, ਚਾਰੋਂ ਦਿਸ਼ ਤੇ ਭਲੋ ਬਣਾਵੋ, ਚਾਰੇ ਪਾਸਿਓਂ ਬੜਾ ਸੋਹਣਾ ਸਰੋਵਰ ਬਣਵਾਉਣਾ, ਤੀਰਥ ਪ੍ਰਗਟ ਕਰਨਾ ਉੱਥੇ ਜੀ। ਹਾਂਜੀ, ਬਹੁਰ ਤੁਮਾਰੀ ਸੰਤਤ ਜੇਤੀ, ਤਿਸ ਕੋ ਕਰੇ ਬਨਾਵਤ ਤੇਤੀ, ਤੁਹਾਡੇ ਤੋਂ ਬਾਅਦ ਤੁਹਾਡੀ ਸੰਤਾਨ ਨੇ ਉਸ ਕਾਰਜ ਨੂੰ ਪੂਰਾ ਕਰਨਾ ਹੈ। ਮਹਾਰਾਜ ਨੇ ਪਹਿਲਾਂ ਹੀ ਦੱਸਤਾ ਜੀ। ਹੁਣ ਬੜੇ ਧਿਆਨ ਨਾਲ ਸੁਣਿਓ, ਜਿਹੜਾ ਆਖਿਆ ਨਾ ਤੁੰਗਾ ਤੋਂ ਉਰਾਂ, ਗਿਲਵਾਲੀ ਤੋਂ ਪਰਾਂ ਤੇ ਸੁਲਤਾਨਵਿੰਡ ਦੇ ਪੱਛਮ ਵਾਲੇ ਪਾਸੇ, ਉਹ ਹੈ ਗੁਰੂ ਕਾ ਮਹਿਲ ਅੰਮ੍ਰਿਤਸਰ ਵਿੱਚ, ਜਿੱਥੇ ਮਹਾਰਾਜ ਦਾ ਨਿੱਜੀ ਘਰ ਸੀ, ਰਿਹਾਇਸ਼ ਸੀ। ਉਹ ਹੈ ਗੁਰੂ ਕਾ ਮਹਿਲ। ਗੁਰੂ ਕੇ ਮਹਿਲ ਤੋਂ ਪੂਰਬ ਵਾਲੇ ਪਾਸੇ ਹਰਿਮੰਦਰ ਸਾਹਿਬ ਹੈ ਜੀ। ਇਹ ਮਹਾਰਾਜ ਪਹਿਲਾਂ ਹੀ ਨਕਸ਼ਾ ਸਾਰਾ ਦੱਸਣ ਦੇ, ਗੁਰੂ ਅਮਰਦਾਸ ਜੀ। ਹਾਂਜੀ, ਦਿਨ ਪ੍ਰੀਤ ਪੁਰ ਵਿਸਾਲ ਬਨ ਜੈ ਹੈ, ਦਿਨ ਪ੍ਰਤ ਪੁਰ ਵਿਸਾਲ ਬਨ ਜੈ ਹੈ, ਦਿਨੋਂ ਦਿਨ ਉਹ ਫਿਰ ਸ਼ਹਿਰ ਨਗਰ ਜਿਹੜਾ ਵੱਡਾ ਬਣ ਜਾਏਗਾ। ਗੁਰੂ ਅਮਰਦਾਸ ਜੀ ਦਾ ਬਚਨ ਸੀਗਾ ਜੀ ਇਹ ਜੀ। ਹਾਂਜੀ, ਚਾਹੋਂ ਦਿਸ਼ ਕੇ ਨਰ ਆਨ ਬਸੈ ਹੈ, ਚਾਰੇ ਪਾਸਿਓਂ ਲੋਕ ਆਣ ਕੇ ਵਸਣਗੇ। ਅੱਜ ਵਿਦੇਸ਼ਾਂ ਵਿੱਚ ਵਸਦੇ ਜਿਹੜੇ ਸਿੱਖ ਹੈ ਨਾ ਜੀ, ਉਹ ਵੀ ਤਰਸਦੇ ਵੀ ਹਰਿਮੰਦਰ ਸਾਹਿਬ ਦੇ ਲਾਗੇ ਚਾਗੇ ਕਿਤੇ ਸਾਨੂੰ ਘਰ ਮਿਲ ਜਾਵੇ ਜੀ। ਹਾਂਜੀ, ਇਮ ਸਗਰੀ ਵਿਦ ਕਹਿ ਸਮਝਾਈ, ਇਹ ਮਹਾਰਾਜ ਨੇ ਨਾ ਜੀ ਸਾਰੀ ਵਿਧੀ ਸਮਝਾਈ ਜੀ ਸਾਰੀ। ਹਾਂਜੀ, ਅਪਰ ਸਰਬ ਤਿਆਰੀ ਕਰਵਾਈ, ਸਾਰੀ ਤਿਆਰੀ ਕਰਵਾਈ ਜੀ ਨਾਲ ਭੇਜਣ ਦੀ ਜੀ। ਹਾਂਜੀ, ਪਾਰੋ ਕੀ ਸ਼ੁਭ ਬੜਵਾ ਜੋਏ, ਭਾਈ ਪਾਰੋ ਜੀ, ਉਹ ਜਿਹੜੀ ਘੋੜੀ
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਵਾਸਤੇ ਦੇ ਗਏ ਸਨ। ਉਹ ਭਾਈ ਪਾਰੋ ਜੀ ਦੀ ਜਿਹੜੀ ਘੋੜੀ ਸੀ, ਹੇਤ ਅਰੂਡਨ ਦੀਨੀ ਸੋਈ, ਉਹ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਦਿੱਤੀ ਜੀ। ਜਾਓ ਘੋੜੀ ਤੇ ਚੜ ਕੇ ਜਾਓ, ਥਾਂ ਵੇਖੋ ਉਹ ਵਾਲੀ। ਹਾਂਜੀ, ਕਹਿਓ ਤੁਰੰਗਨ ਅਚਰਜ ਇਹੀ। ਮਹਾਰਾਜ ਕਹਿਣ ਲੱਗੇ ਇਹ ਘੋੜੀ ਬੜੀ ਅਚਰਜ ਘੋੜੀ ਹੈ। ਹਾਂਜੀ, ਅਪਰ ਨਹੀਂ ਕਿਸ ਚੜਬੈ ਦੇਹੀ। ਇਹਨੇ ਕਿਸੇ ਹੋਰ ਨੂੰ ਚੜਨ ਨਹੀਂ ਦੇਣਾ, ਉਹਨੂੰ ਚੜਨ ਦੇਗੀ ਜਿਹਨੂੰ ਅਸੀਂ ਹੁਕਮ ਕਰਾਂਗੇ। ਹਾਂਜੀ, ਹਮ ਕਹਿ ਤੁਮ ਹੋ ਵਹਿ ਅਸਵਾਰੋ। ਜਾਂ ਅਸੀਂ ਅਸਵਾਰ ਹੋ ਸਕਦੇ ਹਾਂ ਤੇ ਜਾਂ ਤੁਸੀਂ ਅਸਵਾਰ ਹੋ ਸਕਦੇ ਜੇ, ਤੀਜਾ ਨਹੀਂ ਕੋਈ ਇਸ ਘੋੜੀ ਤੇ ਚੜ ਸਕਦਾ। ਹਾਂਜੀ, ਚੜਿਓ ਪ੍ਰਥਮ ਕਹਿ ਭਾਈ ਪਾਰੋ। ਜਾਂ ਫਿਰ ਭਾਈ ਪਾਰੋ ਜੀ ਚੜੇ ਆ ਇਸ ਘੋੜੀ ਤੇ। ਹਾਂਜੀ, ਨੀਕੇ ਰੱਖੋ ਸੇਵ ਕਰਾਵੋ। ਹੁਣ ਅੱਜ ਤੋਂ ਇਹ ਘੋੜੀ ਤੁਸੀਂ ਰੱਖਣੀ ਹੈ, ਇਸ ਘੋੜੀ ਕੋਲੋਂ ਸੇਵਾ ਲਓ, ਮਹਾਰਾਜ ਕਹਿਣ ਲੱਗੇ। ਹਾਂਜੀ, ਬ੍ਰਿਧ ਸਮਤ ਕੋ ਸੰਗ ਮਿਲਾਵੋ। ਧੰਨ ਬਾਬਾ ਬੁੱਢਾ ਜੀ ਬੜੀ ਸ੍ਰੇਸ਼ਟ ਮੱਤ ਵਾਲੇ ਐ। ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਨਾਲ ਰੱਖਿਓ, ਕਹਿਣ ਲੱਗੇ। ਹਾਂਜੀ, ਇਮ ਕਹਿ ਕਰੇ ਵਿਸਰਜਨ ਸੋਏ। ਇਹ ਕਹਿ ਕੇ ਗੁਰੂ ਰਾਮਦਾਸ ਜੀ ਨੂੰ ਉਸ ਸਮੇਂ ਅਜੇ ਗੁਰਤਾ ਗੱਦੀ ਤੇ ਬੈਠਣ ਤੋਂ ਪਹਿਲਾਂ ਦਾ ਪ੍ਰਸੰਗ ਹੈ। ਸਾਧ ਸੰਗਤ ਜੀ ਵਿਦਾ ਕੀਤਾ ਜੀ ਗੁਰੂ ਅਮਰਦਾਸ ਜੀ ਨੇ। ਹਾਂਜੀ, ਕੇਤਕ ਸੰਗ ਕਰੇ ਸਿੱਖ ਜੋਏ। ਕੁਝ ਸਿੱਖ ਨਾਲ ਭੇਜੇ ਜੀ। ਹੁਣ ਘਰ ਬਣਾਉਣਾ ਸੀਗਾ, ਕੱਲਿਆਂ ਕੋ ਤਾਂ ਗੱਲ ਨਹੀਂ ਸੀ ਬਣਦੀ। ਕੁਝ ਸਿੱਖ ਨਾਲ ਭੇਜੇ ਜੀ ਸਹਾਇਤਾ ਵਾਸਤੇ। ਹਾਂਜੀ, ਸਨੇ ਸਨੇ ਤਹ ਚੱਲ ਕਰ ਆਏ। ਹਾਂਜੀ, ਜੋ ਥਲ ਸ਼੍ਰੀ ਸਤ ਸ਼੍ਰੀ ਗੁਰ ਅਮਰ ਬਤਾਏ। ਹੌਲੀ ਹੌਲੀ ਗੁਰੂ ਰਾਮਦਾਸ ਸਾਹਿਬ ਭਾਈ ਪਾਰੋ ਜੀ ਵਾਲੀ ਘੋੜੀ ਤੇ ਸਵਾਰੀ ਕਰਦੇ ਹੋਏ ਨਾ ਜੀ, ਜਿਸ ਥਾਂ ਦੇ ਬਾਰੇ ਮਹਾਰਾਜ ਨੇ ਪਤਾ ਦੱਸਿਆ ਉਸ ਥਾਂ ਵਾਲੇ ਪਾਸੇ ਆ ਰਹੇ। ਨਾਲ ਬਾਬਾ ਬੁੱਢਾ ਸਾਹਿਬ ਜੀ ਹਨ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ, ਜਦੋਂ ਅੰਮ੍ਰਿਤਸਰ ਦੀ ਸ਼ੁਰੂਆਤ ਹੋਣੀ ਸੀਗੀ ਉਦੋਂ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਜੀ ਦੇ ਨਾਲ ਸਨ ਜੀ। ਹਾਂਜੀ, ਸਭ ਗ੍ਰਾ ਮਨ ਕੀ ਸੀ ਮਨ ਸ਼ੋਰ। ਸਾਰੇ ਪਿੰਡਾਂ ਦੀਆਂ ਹੱਦਾਂ ਛੱਡੀਆਂ ਜੀ। ਹਾਂਜੀ, ਗਲਵਾਲੀ ਪਿੰਡ ਜਿਹਨੂੰ ਅੱਜ ਗੁਰੂ ਵਾਲੀ ਕਹਿੰਦੇ ਆ, ਤੇ ਮਹਾਤਮਾ ਦਾ ਬਚਨ ਸੀਗਾ ਜਿਹੜਾ ਗੁਰੂ ਵਾਲੀ ਆਖੇਗਾ ਗੁਰੂ ਉਹਦਾ ਵਾਲੀ ਬਣੇਗਾ। ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸਾਧ ਸੰਗਤ ਜੀ ਇਹ ਸਹੁਰਾ ਨਗਰ ਹੈ, ਵਾਹਿਗੁਰੂ ਨਾਨਕਾ ਨਗਰ ਹੈ। ਜਿਹੜਾ ਗੁਰੂ ਵਾਲੀ ਨਗਰ ਹੈ ਨਾ, ਇਹ ਗੁਰੂ ਅਮਰਦਾਸ ਜੀ ਦਾ ਨਾਨਕਾ ਨਗਰ ਹੈ। ਹਾਂਜੀ, ਉਹ ਪਿੰਡ ਦੀ ਹੱਦ ਛੱਡੀ ਜੀ। ਇਹਦਾ ਮਤਲਬ ਮਹਾਰਾਜ ਬਚਪਨ ਚ ਆਉਂਦੇ ਹੋਣਗੇ ਜੀ ਇੱਥੇ ਗੁਰੂ ਅਮਰਦਾਸ ਸਾਹਿਬ ਜੀ। ਉਸ ਪਿੰਡ ਦੀ ਹੱਦ ਛੱਡ ਦਿੱਤੀ, ਸੁਲਤਾਨਵਿੰਡ ਦੀ ਹੱਦ ਛੱਡ ਦਿੱਤੀ, ਤੁੰਗਾਂ ਦੀ ਵੀ ਹੱਦ ਛੱਡਤੀ। ਹਾਂਜੀ, ਫਿਰ ਤਹ ਕਾਰ ਕਰੀ ਚਹ ਔਰ। ਤੇ ਫਿਰ ਸਾਧ ਸੰਗਤ ਜੀ ਚਾਰੇ ਪਾਸਿਓਂ ਕਾਰ ਸੇਵਾ ਆਰੰਭ ਕੀਤੀ ਜੀ। ਪਹਿਲਾਂ ਲੱਭਣਾ ਸ਼ੁਰੂ ਕੀਤਾ ਜੀ। ਹਾਂਜੀ, ਜਿਮ ਜਿਮ ਬੁੱਢਾ ਵਿਉਂਤ ਬਤਾਵੈ। ਜਿਵੇਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਿਉਂਤ ਦੱਸਦੇ ਆ, ਤਿਮ ਸ਼੍ਰੀ ਰਾਮਦਾਸ ਕਰੇ ਬਾਵੈ। ਬਸ ਉਸੇ ਤਰ੍ਹਾਂ ਹੀ ਰਾਮਦਾਸ ਦੀ ਸੇਵਾ ਕਰਵਾ ਰਹੇ ਆ। ਹਾਂਜੀ, ਪ੍ਰਥਮ ਗਾਇਓ ਬਹੁ ਮਿਸ਼ਟਾਨ। ਪਹਿਲਾਂ ਕਿੱਥੇ ਗਏ ਜੀ ਭਲਾ? ਤੁੰਗਾ ਤੋਂ ਉਰਾਂ, ਗਿਲਵਾਲੀ ਤੋਂ ਪਰਾਂ, ਸੁਲਤਾਨਵਿੰਡ ਦੇ ਪੱਛਮ ਵਾਲੇ ਪਾਸੇ ਜਿੱਥੇ ਗੁਰਦੁਆਰਾ ਗੁਰੂ ਕਾ ਮਹਿਲ ਹੈ ਨਾ ਜੀ, ਉਸ ਪਾਸੇ ਗਏ ਜੀ। ਹਾਂਜੀ, ਗੁਰ ਆਗੇ ਅਰਦਾਸ ਬਖਾਨ। ਤੇ ਉੱਥੇ ਫਿਰ ਘਰ ਬਣਾਉਣਾ ਸੀਗਾ, ਕਿਉਂ ਥਾਂ ਦੇ ਮਾਲਕ ਤੇ ਮਹਾਰਾਜ ਹੀ ਸਨ ਨਾ ਜੀ। ਅਕਬਰ ਨੇ ਥਾਂ ਦਿੱਤੀ ਸੀਗੀ, ਉੱਥੇ ਫਿਰ ਘਰ ਬਣਾਉਣਾ ਸੀ। ਤੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਮਠਿਆਈ ਮੰਗਾ ਕੇ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਸਤਿਗੁਰਾਂ ਦਾ ਨਾਮ ਲੈ ਕੇ ਅਰਦਾਸ ਕੀਤੀ। ਭੀੜ ਸੈਂਕੜੇ ਲੋਕਨ ਹੋਈ। ਤੇ ਸੈਂਕੜੇ ਲੋਕ ਆਏ, ਬੜੇ ਸਿੱਖ ਆਏ। ਜਦੋਂ ਪਤਾ ਲੱਗਾ ਗਿਲਵਾਲੀ ਪਿੰਡ ਵਾਲਿਆਂ ਨੂੰ, ਸੁਲਤਾਨਵਿੰਡ ਵਾਲਿਆਂ ਨੂੰ, ਤੁੰਗਾ ਵਾਲਿਆਂ ਨੂੰ, ਬਾਬਾ ਬੁੱਢਾ ਜੀ ਆਏ ਆ, ਨਾਲ ਮਹਾਰਾਜ ਦੇ ਜਵਾਈ ਭਾਈ ਰਾਮਦਾਸ ਜੀ ਹਨ, ਗੁਰੂ ਅਮਰਦਾਸ ਜੀ ਨੇ ਭੇਜਿਆ। ਸੈਂਕੜੇ ਲੋਕ ਸਾਧ ਸੰਗਤ ਜੀ ਇਕੱਠੇ ਹੋਏ ਸਨ। ਕਰਿਓ ਵਰਤਾਵਨ ਸਭ ਮੈਂ ਸੋਈ। ਅਰਦਾਸਾ ਸੋਧ ਕੇ ਮਠਿਆਈ ਵੰਡੀ ਦੀ ਸਾਧਿਆਂ ਦੇ ਵਿੱਚ। ਹਾਂਜੀ, ਗਾਡੋ ਮੋੜਾ ਗਾਡ ਖਰਿਓ ਹੈ। ਤੇ ਫਿਰ ਕੀ ਕੀਤਾ ਜੀ? ਨਿਸ਼ਾਨ ਬੰਨਣ ਵਾਸਤੇ ਇੱਕ ਵੱਡਾ ਮੋੜਾ ਜਿਹੜਾ ਸੀ ਉਹ ਗੱਡ ਦਿੱਤਾ ਜੀ, ਜਿਹਨੂੰ ਕਹਿੰਦੇ ਮੋੜੀ ਗੱਡਣੀ।
ਹਾਂਜੀ, ਨਾਮ ਗੁਰੂ ਕੋ ਚੱਕ ਧਰਿਓ ਤੇ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਤੇ ਗੁਰੂ ਰਾਮਦਾਸ ਜੀ ਨੇ ਮੋੜੀ ਗੱਡੀ ਤੇ ਪਿੰਡ ਦਾ ਨਾਮ ਕੀ ਰੱਖਿਆ? ਗੁਰੂ ਕੋ ਚੱਕ, ਭਾਵ ਗੁਰੂ ਦਾ ਚੱਕ। ਹਾਂਜੀ, ਗੁਰੂ ਕਾ ਚੱਕ, ਇਹ ਨਾਮ ਰੱਖਿਆ। ਈਟੈ ਕੇਤਕ ਤਹਾਂ ਬਕਾਏ। ਫਿਰ ਇੱਟਾਂ ਦੇ ਆਵੇ ਬਣਾ ਕੇ ਉੱਥੇ ਇੱਟਾਂ ਪਕਵਾਈਆਂ ਜੀ। ਘਰ ਬਣਾਉਣ ਵਾਸਤੇ ਇੱਟਾਂ ਚਾਹੀਦੀਆਂ। ਪਹਿਲਾਂ ਇੰਜ ਨਹੀਂ ਨਾ ਜੀ, ਮਾਰਿਆ ਆਵੇ ਵਾਲੇ ਨੂੰ, ਭੱਠੇ ਵਾਲੇ ਨੂੰ ਫੋਨ ਤੇ ਆ ਗਈਆਂ ਇੱਟਾਂ, ਨਹੀਂ ਇੰਜ ਨਹੀਂ ਸੀ ਹੁੰਦਾ ਜੀ। ਸਾਰਾ ਕੁਝ ਆਪ ਕਰਵਾਉਣਾ ਪੈਂਦਾ ਸੀਗਾ। ਇੱਟਾਂ ਪਹਿਲਾਂ ਆਵੇ ਵਾਲਿਆਂ ਨੂੰ ਜਾ ਕੇ ਪਕਵਾਉਣੀਆਂ ਪੈਂਦੀਆਂ ਸਨ, ਕਹਿਣਾ ਪੈਂਦਾ ਸੀਗਾ ਜੀ। ਹਾਂਜੀ, ਸਦਨ ਚਨਾਵਨ ਕੀਨ ਬਣਾਏ। ਫਿਰ ਸਾਧ ਸੰਗਤ ਜੀ ਉੱਥੇ ਹੌਲੀ ਹੌਲੀ ਗੁਰੂ ਕਾ ਮਹਿਲ ਵਾਲਾ ਜਿੱਥੇ ਅਸਥਾਨ ਹੈ ਨਾ ਜੀ, ਗੁਰਦੁਆਰਾ ਸਾਹਿਬ, ਉੱਥੇ ਗੁਰੂ ਰਾਮਦਾਸ ਜੀ ਨੇ ਘਰ ਬਣਾਉਣਾ ਸ਼ੁਰੂ ਕੀਤਾ ਜੀ। ਹਾਂਜੀ, ਪੁਨ ਸ਼੍ਰੀ ਅਮਰਦਾਸ ਜਿਮ ਕਹਿਓ। ਫਿਰ ਉਹ ਘਰ ਬਣ ਗਿਆ ਉੱਥੇ ਜੀ। ਕੁਝ ਦਿਨ ਲੱਗੇ, ਅੱਗੋਂ ਫਿਰ ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ, ਸੋ ਸਿਮਰਤ ਸਰ ਸਿਰਜਨ ਚਾਹਿਓ। ਉਹ ਹੁਣ ਗੁਰੂ ਰਾਮਦਾਸ ਜੀ ਚਾਹੁੰਦੇ ਵੀ ਸਰੋਵਰ ਵੀ ਖਨਵਾਈਏ, ਮਹਾਰਾਜ ਦਾ ਹੁਕਮ ਹੈ। ਹਾਂਜੀ, ਲੈ ਬ੍ਰਿਧ ਸੰਗ ਆਪ ਚੱਲ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨਾਲ ਲੈ ਕੇ ਪੂਰਬ ਦਿਸ਼ਾ ਗ੍ਰਾਮ ਤੇ ਆਏ। ਤੇ ਸਾਧ ਸੰਗਤ ਜੀ ਜਿੱਧਰ ਅਸਥਾਨ ਬਣਾਇਆ, ਘਰ ਬਣਾਇਆ ਨਾ ਜੀ, ਪਸ਼ਚਿਮ ਵਾਲੇ ਪਾਸੇ, ਉਥੋਂ ਪੂਰਬ ਵਾਲੇ ਪਾਸੇ ਨੂੰ ਤੁਰੇ ਜੀ। ਉਹ ਫਿਰ ਸਰੋਵਰ ਦੀ ਜੋ ਵੀ ਕਾਰਜ ਹੈ ਉਹ ਆਪਾਂ ਕੱਲ ਨੂੰ ਸੁਣਾਂਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਦਇਆ ਕਰਨ। ਇਹ ਤੀਰਥ ਪ੍ਰਗਟ ਹੋਣਾ ਹੈ ਜੀ। ਹਰਮੰਦਰ ਸਾਹਿਬ ਵਾਲੀ ਜਗ੍ਹਾ ਤੇ ਪਹਿਲਾਂ ਵੀ ਤੀਰਥ ਸੀ। ਸਾਵਧਾਨ ਹੋ ਕੇ ਗੱਜ ਕੇ ਆਖੋ ਵਾਹਿਗੁਰੂ। ਇੱਥੇ ਸਤਜੁਗ ਤੋਂ ਹੀ ਤੀਰਥ ਹੈ। ਕਲਯੁਗ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਪ੍ਰਗਟ ਕੀਤਾ ਹੈ ਜੀ। ਉਹ ਵੀ ਕਥਾ ਅੱਗੋਂ ਆਏਗੀ, ਆਪਾਂ ਸੁਣਾਂਗੇ। ਇਸੇ ਕਰਕੇ ਮਹਾਰਾਜ ਕਹਿੰਦੇ, ਡਿਠੇ ਸਭੇ ਥਾਵ, ਡਿਠੇ ਸਭੇ ਥਾਵ, ਡਿਠੇ ਸਭੇ ਥਾਵ, ਡਿਠੇ ਸਭੇ ਥਾਵ। ਨਹੀਂ ਤੁਧ ਜੇ ਨਹੀਂ ਤੁਧ ਜੇ ਡਿਠੇ ਸਭੇ ਥਾਵ, ਡਿਠੇ ਸਭੇ ਥਾਵ, ਡਿਠੇ ਸਭੇ ਥਾਵ, ਡਿਠੇ ਸਭੇ ਥਾਵ। ਬੜੀਆਂ ਥਾਵਾਂ ਵੇਖੀਆਂ ਪਰ ਤੇਰੇ ਵਰਗਾ ਨਹੀਂ ਹੈ, ਹਰਮੰਦਰ ਸਾਹਿਬ ਨੂੰ ਆਖਿਆ। ਸੋ ਉਹ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ। ਬੜੀ ਇੰਟਰਸਟਿੰਗ ਕਥਾ ਹੈ, ਰੌਚਕ ਕਥਾ ਹੈ। ਸਾਡੇ ਅੰਮ੍ਰਿਤਸਰ ਸ਼ਹਿਰ ਦੀ ਕਥਾ ਹੈ। ਅੱਜ ਤੁਸੀਂ ਸੁਣਿਆ, ਮੇਰੇ ਖਿਆਲ ਨਾਲ ਤੁਹਾਡੇ ਚੋਂ ਬਹੁਤ ਸਾਰਿਆਂ ਪਹਿਲੀ ਵਾਰੀ ਸੁਣਿਆ ਹੋਣਾ, ਮਹਾਰਾਜ ਨੇ ਕਿਵੇਂ ਅੰਮ੍ਰਿਤਸਰ ਦੀ ਮੋੜੀ ਗੱਡੀ ਦੀ। ਹਾਂਜੀ, ਗੁਰੂ ਰਾਮਦਾਸ ਸਾਹਿਬ ਘੋੜੀ ਤੇ ਚੜ੍ਹ ਕੇ ਆਏ ਜੀ ਇੱਥੇ ਜੀ, ਇਸ ਜਗ੍ਹਾ ਤੇ ਘੋੜੀ ਤੇ ਚੜ੍ਹ ਕੇ ਆਏ। ਤੇ ਮਹਾਰਾਜ ਨੇ ਫਿਰ ਆ ਕੇ ਇੱਥੇ ਮੋੜੀ ਗੱਡੀ, ਅਰਦਾਸਾ ਕੀਤਾ, ਗੁਰੂ ਕੋ ਚੱਕ ਪਹਿਲਾ ਨਾਮ ਰੱਖਿਆ ਜੀ। ਸੋ ਇਹਦੇ ਤੋਂ ਅੱਗੇ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। 2 ਮਿੰਟ ਗੁਰਮੰਤਰ ਦਾ ਜਾਪ ਕਰ ਲਓ। 1 ਮਿੰਟ ਰਹਿ ਗਿਆ, ਜਾਪ ਕਰ ਲਓ, ਫਿਰ ਖਿਮਾ ਮੰਗੀਏ। ਸਾਰੀ ਸੰਗਤ ਪ੍ਰੇਮ ਨਾਲ ਕਹੋ ਜੀ, ਵਾਹਿਗੁਰੂ 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 ਵਾਹਿਗੁਰੂ
ਸੱਚੇ ਪਾਤਸ਼ਾਹ ਮਿਹਰ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਆਪ ਦੀ ਸਿੱਖ ਸੰਗਤਾਂ ਖਿਮਾ ਬਖਸ਼ਿਸ਼ ਕਰਿਓ। ਪ੍ਰੇਮ ਨਾਲ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।